ਕਿਸੇ ਵੀ ਲੇਖ ਨੂੰ ਸਮਝਣ ਲਈ ਜਾਂ ਕਿਸੇ ਰਚਨਾ ਨੂੰ ਸਮਝਣ ਲਈ ਉਹਦੀ ਜ਼ਿੰਦਗੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਰਚਨਾ ਦੀਆਂ, ਹਰ ਲਿਖ ਦੀਆਂ ਜੜ੍ਹਾਂ ਨਾ ਲੇਖਕ ਦੀ ਜ਼ਿੰਦਗੀ 'ਚ ਪਈਆਂ ਹੁੰਦੀਆਂ ਨੇ। ਅਤੇ ਲੇਖਕ ਜਦੋਂ ਲਿਖਦਾ, ਜਿਹੜੀ ਇੱਕ ਟੈਕਸਟ ਸਾਡੇ ਸਾਹਮਣੇ ਹੁੰਦਾ, ਚਾਹੇ ਨਾਵਲ ਹੈ, ਚਾਹੇ ਕਵਿਤਾ, ਚਾਹੇ ਕਹਾਣੀ ਹੈ, ਉਹ ਐਜ਼ ਇਟ ਇਜ਼ ਜਿਸ ਰੂਪ 'ਚ ਸਾਹਮਣੇ ਫਾਈਨਲ ਆ ਰਹੀ ਹੈ, ਐਜ਼ ਇਟ ਇਜ਼ ਨਹੀਂ ਕਦੀ ਵੀ ਲੇਖਕ ਦੇ ਮਨ 'ਚ ਆਈ ਹੁੰਦੀ। ਉਹਦੀਆਂ ਕੁਛ ਗੱਲਾਂ ਬਚਪਨ 'ਚੋਂ ਲਈਆਂ ਹੁੰਦੀਆਂ ਨੇ, ਕੁਛ ਜਵਾਨੀ ਦੀਆਂ, ਕੁਛ ਮਤਲਬ ਵੱਖ-ਵੱਖ ਦੌਰਾਂ ਦੀਆਂ ਕੁਛ ਗੱਲਾਂ ਦੇ ਜਿਹੜੇ ਕਨਕਲੂਜਨ 'ਤੇ ਪੁੱਜਿਆ ਹੁੰਦਾ, ਉਹ ਗੱਲਾਂ ਨੂੰ ਇੱਕ ਤਰ੍ਹਾਂ ਨਾਲ ਐਡਿਟ ਕਰਕੇ ਉਹ ਪੇਸ਼ ਕਰ ਰਿਹਾ ਹੁੰਦਾ। ਰਚਨਾ ਜਿਹੜੀ ਹੈ ਉਹ ਉਹਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਉਹਦੇ ਉਸ ਇੱਕ ਪਰਟੀਕੂਲਰ ਐਂਗਲ ਤੋਂ ਪੇਸ਼ਕਾਰੀ ਹੁੰਦੀ ਹੈ, ਵੀ ਉਹ ਜ਼ਿੰਦਗੀ ਨੂੰ ਕਿਵੇਂ ਸਮਝਣਾ ਚਾਹੁੰਦਾ, ਜਾਂ ਉਹ ਜ਼ਿੰਦਗੀ ਨੂੰ ਕਿਵੇਂ ਦੇਖਣਾ ਚਾਹੁੰਦਾ, ਉਹ ਕਿਵੇਂ ਜੀ ਕੇ ਆਇਆ ਅਤੇ ਉੱਥੇ ਕੀ ਗੜਬੜ ਸੀ। ਅਤੇ ਇਹਦੇ ਲਈ ਮੈਂ ਸਮਝਦਾ ਕਿ ਮੈਂ ਆਪਣੀ ਰਚਨਾਵਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਬਾਰੇ ਕੁਛ ਗੱਲਾਂ ਕਰਾਂਗਾ। ਮੈਂ ਜਿਸ ਇਲਾਕੇ 'ਚ ਜੰਮਿਆ, ਉਹ ਇਲਾਕਾ ਪੰਜਾਬ ਦੇ ਸ਼ਾਇਦ ਸਭ ਤੋਂ ਪਛੜੇ ਹੋਏ ਇਲਾਕਿਆਂ ਦਾ ਸੀ ਉਦੋਂ। ਮਤਲਬ ਸਾਡੇ ਪਿੰਡ ਨੂੰ ਪੱਕੀ ਸੜਕ 7 ਤੋਂ 4 ਕਿਲੋਮੀਟਰ ਸੀ, ਅਤੇ ਇੰਨਾ ਪਾਣੀ ਹੁੰਦਾ ਸੀ, ਇੰਨਾ ਛੰਭ ਸੀ ਕਿ ਅਸੀਂ ਜਦੋਂ ਕਾਲਜ ਆਉਂਦੇ ਸੀ ਅਤੇ ਉਹ 4 ਕਿਲੋਮੀਟਰ ਅਸੀਂ ਮਤਲਬ ਕੱਛੇ ਪਾ ਕੇ ਆਉਣਾ, ਅਤੇ ਉੱਥੋਂ ਜਦੋਂ ਬੱਸ ਅੱਡੇ 'ਤੇ ਆਉਣਾ ਅਤੇ ਉੱਥੋਂ ਆ ਕੇ ਲੱਤਾਂ ਧੋ ਕੇ ਅਤੇ ਪੈਂਟਾਂ ਪਾਉਣੀਆਂ। ਇੰਨਾ ਚਿੱਕੜ ਰਸਤੇ 'ਚ ਇੰਨਾ ਚਿੱਕੜ ਹੁੰਦਾ ਸੀ, ਕੋਈ ਪੱਕੀ ਸੜਕ ਨਹੀਂ, ਚਿੱਕੜ। ਅਤੇ ਸਾਡੇ ਏਰੀਏ 'ਚ ਇੰਨਾ ਮੀਂਹ ਅਤੇ ਛੰਭ ਸੀ ਕਿ ਜਦੋਂ ਬਰਸਾਤਾਂ ਪੈਂਦੀਆਂ ਸੀ ਅਤੇ ਘਰ ਵੀ ਕੱਚੇ ਹੁੰਦੇ ਸੀ, ਗਲੀਆਂ ਕੱਚੀਆਂ। ਮੈਂ ਇਹ ਗੱਲਾਂ ਮਤਲਬ ਤੁਹਾਨੂੰ ਅਚੰਭਾ ਲੱਗ ਸਕਦਾ ਥੋੜ੍ਹੀ ਜਿਹੀ, ਇਹ ਗੱਲਾਂ 70 72 ਦੀਆਂ 75 ਦੀਆਂ ਨੇ। ਉਦੋਂ ਗ੍ਰੀਨ ਰੈਵੋਲੂਸ਼ਨ ਦੀਆਂ ਬਰਕਤਾਂ ਤਾਂ ਬਹੁਤ ਬਾਅਦ ਦੀਆਂ ਸ਼ੁਰੂ ਹੋਈਆਂ ਨੇ, ਅਤੇ ਘਰ ਵੀ ਵਿਹੜੇ ਕੱਚੇ, ਗਲੀਆਂ ਕੱਚੀਆਂ, ਅਤੇ ਗਾੜੀ ਖੇਤਾਂ 'ਚ, ਅਤੇ ਨੰਗੇ ਪੈਰੀਂ ਖੇਤਾਂ 'ਚ ਤੁਰਨਾ, ਅਤੇ ਸਾਡੇ ਪਿੰਡਾਂ 'ਚ ਆਮ ਪੈਰ ਗਲ ਜਾਂਦੇ ਹੁੰਦੇ ਸੀ ਲੋਕਾਂ ਦੇ, ਹੈ ਨਾ। ਉਸ ਇਲਾਕੇ 'ਚੋਂ ਨਿਕਲ ਕੇ, ਘਰ 'ਚ ਕੋਈ ਪੜ੍ਹਿਆ ਨਹੀਂ ਸੀ ਮੇਰੇ ਤੋਂ ਪਹਿਲਾਂ, ਹੈ ਨਾ, ਅਨਪੜ੍ਹ ਪਰਿਵਾਰ ਸੀ, ਪਛੜਿਆ ਹੋਇਆ ਇਲਾਕਾ ਸੀ, ਅਤੇ ਉਸ ਇਲਾਕੇ 'ਚੋਂ ਮੈਂ ਪਿੰਡ ਦੇ ਸਕੂਲ 'ਚ 5ਵੀਂ ਕੀਤੀ। 7 ਤੋਂ 6 ਕਿਲੋਮੀਟਰ ਸੀ ਸਰਕਾਰੀ ਸਕੂਲ, ਜਿੱਥੇ ਅਸੀਂ ਆ ਕੇ 10ਵੀਂ 6ਵੀਂ 'ਚ ਆ ਕੇ ਜਿੱਥੇ ਦਾਖਲ ਹੋਏ, ਜਿੱਥੋਂ 6ਵੀਂ ਤੋਂ ਲੈ ਕੇ 10ਵੀਂ ਕੀਤੀ। 6 ਕਿਲੋਮੀਟਰ ਰੋਜ਼ ਸਵੇਰੇ ਤੁਰ ਕੇ ਆਉਣਾ, ਅਤੇ ਰੋਜ਼ ਛੁੱਟੀ ਤੋਂ ਬਾਅਦ ਤੁਰ ਕੇ ਜਾਣਾ, ਅਤੇ ਰਸਤੇ ਵੀ ਕੱਚੇ ਹੁੰਦੇ ਸੀ। ਪਰ ਸਬੱਬ ਇਹ ਬਣਿਆ ਕਿ ਜਿਸ ਸਕੂਲ 'ਚ ਮੈਂ ਦਾਖਲ ਹੋਇਆ ਜਾ ਕੇ, ਉਸ ਸਕੂਲ 'ਚ ਮਤਲਬ ਲਾਇਬ੍ਰੇਰੀ ਬਹੁਤ ਵਧੀਆ ਸੀ। ਮੈਨੂੰ ਤਾਂ ਹੈਰਾਨੀ ਹੈ ਕਿ ਉਸ ਸਕੂਲ 'ਚ 1950-60 ਤੋਂ ਲੈ ਕੇ ਜਿਹੜੀਆਂ ਪ੍ਰੀਤਲੜੀ ਦੀਆਂ ਫਾਈਲਾਂ ਹੁੰਦੀਆਂ ਸੀ ਪਈਆਂ ਹੋਈਆਂ, ਹੈ ਨਾ, ਲਾਇਬ੍ਰੇਰੀ। ਅਤੇ ਜਦੋਂ ਮੈਂ 7ਵੀਂ ਸੀ ਤਾਂ ਸਾਡੇ ਪਤਾ ਨਹੀਂ ਉੱਪਰੋਂ ਸਰਕਾਰ ਵੱਲੋਂ ਕੋਈ ਸਕੀਮ ਸੀ ਜਾਂ ਟੀਚਰ ਦੀ ਕੋਈ, ਮੈਨੂੰ ਹੁਣ ਪਤਾ ਨਹੀਂ ਉਹਦੇ ਬਾਰੇ, ਕਿਉਂਕਿ ਉਦੋਂ ਇਹ ਸਮਝਣ ਦੀ ਲੋੜ ਨਹੀਂ ਸੀ, ਜਾਂ ਇਹ ਪਤਾ ਨਹੀਂ ਸੀ ਮੈਂ ਲੇਖਕ ਬਣਨਾ, ਜਾਂ ਉਂਝ ਹੀ ਇਹ ਕੁਛ ਨਹੀਂ ਸੀ। ਉੱਥੇ ਸਾਨੂੰ ਨਾ ਇੱਕ ਪੀਰੀਅਡ ਉਹਨਾਂ ਨੇ ਕਹਿਣਾ ਵੀ ਤੁਸੀਂ ਕਿਤਾਬਾਂ ਰੱਖ ਦੇਣੀਆਂ, ਸਕੂਲ ਦੇ ਵਿਚਾਲੇ ਇੱਕ ਲਾਨ ਸੀ, ਉੱਥੇ ਕਿਤਾਬਾਂ ਰੱਖੀਆਂ ਹੋਣੀਆਂ, ਅਤੇ ਉਹ ਕਿਤਾਬਾਂ ਪੜ੍ਹੋ ਜਾ ਕੇ। ਅਸੀਂ ਬੜੇ ਔਖੇ ਹੋ ਕੇ ਜਾਂਦੇ ਸੀ, ਇਹ ਵੀ ਇਸ ਕਰਕੇ ਵੀ ਟੀਚਰ ਕਿਤੇ ਦੇਖ ਨਾ ਲੈਣ, ਅਤੇ ਉੱਥੇ ਨਾ ਪ੍ਰੀਤਲੜੀ ਦੀਆਂ ਫਾਈਲਾਂ, ਹੋਰ ਮੈਗਜ਼ੀਨਾਂ ਦੀਆਂ ਪੜ੍ਹਨ। ਤਾਂ ਮੈਨੂੰ ਸਭ ਤੋਂ ਪਹਿਲਾਂ ਪ੍ਰੀਤਲੜੀ ਨੇ ਅਟਰੈਕਟ ਕੀਤਾ। ਉਹਦੇ 'ਚੋਂ ਵੀ ਗੁਰਬਖਸ਼ ਸਿੰਘ ਦਾ ਹੁੰਦਾ ਮੇਰੇ ਝਰੋਖੇ 'ਚੋਂ, ਨਵਤੇਜ ਸਿੰਘ ਦਾ ਮੇਰੀ ਧਰਤੀ ਮੇਰੇ ਲੋਕ, ਅਤੇ ਸਾਥੀ ਲੁਧਿਆਣਵੀ ਦਾ ਸਮੁੰਦਰੋਂ ਪਾਰ, ਕਿਉਂਕਿ ਇਨਫੋਰਮੇਸ਼ਨ ਦੀਆਂ ਵਾਲੀਆਂ ਗੱਲਾਂ ਹੁੰਦੀਆਂ ਸੀ, ਅਤੇ ਮੈਂ ਉਹ ਪੜ੍ਹਨ ਲੱਗ ਪਿਆ। 10-15 ਦਿਨ ਪੜ੍ਹਦੇ ਇੱਕ ਦਿਲਚਸਪੀ ਪੈਦਾ ਹੋ ਗਈ, ਅਤੇ ਸਭ ਤੋਂ ਪਹਿਲੀ ਜਿਹੜੀ ਕਿਤਾਬ ਸੀ ਮੈਂ ਪੜ੍ਹੀ 7 ਚੋਰ। ਬੱਚਿਆਂ ਲਈ ਨਾ ਉਹ ਬਾਲ ਕਹਾਣੀਆਂ ਦੀ ਇੱਕੋ ਇੱਕ 35-40 ਸਫ਼ੇ ਦੀ ਕਿਤਾਬ ਸੀ, ਅਤੇ ਇੱਕ ਬਾਲ ਲੰਬੀ ਕਹਾਣੀ ਸੀ, ਹੈ ਨਾ। ਉਹ ਮੈਂ ਪੜ੍ਹੀ, ਅਤੇ ਮੈਨੂੰ ਪਹਿਲੀ ਕਿਤਾਬ ਸੀ ਜਿਹੜੀ ਸਾਹਿਤਕ ਪੜ੍ਹੀ ਮੈਂ। ਪਰ ਫਿਰ ਮੈਂ ਲਾਇਬ੍ਰੇਰੀ ਜਾਣਾ ਸ਼ੁਰੂ ਹੋ ਗਿਆ। ਮੈਂ 10ਵੀਂ ਤੱਕ ਪਹੁੰਚਦੇ ਜਸਵੰਤ ਸਿੰਘ ਕੰਵਲ, ਨਾਨਕ ਸਿੰਘ ਅਤੇ ਹੋਰ ਪੜ੍ਹਿਆ। ਅਤੇ ਇੱਕ ਇਹਦੇ ਨਾਲ ਇਹ ਗੱਲ ਵਾਪਰੀ ਕਿ ਸਾਡੇ ਪਿੰਡ 'ਚ ਕਮਿਊਨਿਸਟਾਂ ਦਾ ਬਹੁਤ ਵੱਡਾ ਆਧਾਰ ਸੀ, ਕਮਿਊਨਿਸਟ ਸੀ, ਅਤੇ ਨੌਜਵਾਨ ਸਭਾ ਬਣੀ ਹੋਈ ਸੀ। ਅਤੇ ਉਦੋਂ ਕਾਮਰੇਡ ਲੋਕੀ ਨਾ, ਅੱਜ ਕੱਲ੍ਹ ਤਾਂ ਨਹੀਂ, ਉਦੋਂ ਅਸੀਂ ਕਿਤਾਬਾਂ ਪੜ੍ਹਾਉਂਦੇ ਸੀ, ਉਹਨਾਂ ਦੇ ਘਰਾਂ 'ਚ ਆਮ ਕਿਤਾਬਾਂ ਮਿਲਣੀ ਸੀ। ਵੀ 10ਵੀਂ ਤੱਕ ਪੜ੍ਹਦਿਆਂ ਮੈਂ ਟੋਲਸਟਾਏ, ਚੈਖਵ, ਗੋਰਕੀ, ਤੁਰਗਨੇਵ, ਇਹ ਸਾਰੇ ਲੇਖ ਪੜ੍ਹ ਲਏ ਸੀ ਉਹਨਾਂ ਕਾਮਰੇਡਾਂ ਦੇ ਘਰਾਂ 'ਚੋਂ ਲੈ ਕੇ, ਅਤੇ ਆਪ ਵੀ ਕਮਿਊਨਿਸਟ ਲਹਿਰ 'ਚ ਥੋੜ੍ਹਾ ਜਿਹਾ ਨੌਜਵਾਨ ਸਭਾ ਸਰਗਰਮੀ ਕਰਨੀ ਸ਼ੁਰੂ ਕਰਤੀ। ਜਿਉਂ ਕਾਲਜ ਗਏ, ਅਤੇ ਕਾਲਜ ਜਾ ਕੇ ਸਾਡੇ ਏਰੀਏ 'ਚ ਉਦੋਂ SFI ਸੀ, ਸਾਡੇ ਕਾਲਜ 'ਚ SFI ਸੀ,
ਅਸੀਂ SFI 'ਚ ਕੰਮ ਕਰਨਾ ਸ਼ੁਰੂ ਕਰਤਾ, ਨਾਲ ਪੜ੍ਹਨਾ ਅਤੇ ਨਾਲ ਹੀ ਕਹਾਣੀਆਂ ਲਿਖਣੀ ਸ਼ੁਰੂ ਕਰਤੀਆਂ। ਅਸਲ 'ਚ ਤੁਹਾਡੇ ਅੰਦਰ ਜਦੋਂ ਉਸ ਉਮਰ 'ਚ ਊਰਜਾ ਬਹੁਤ ਹੁੰਦੀ ਹੈ ਨਾ, ਤੁਹਾਨੂੰ ਇਹ ਹੀ ਪਤਾ ਹੀ ਹੈ ਵੀ ਜਵਾਨੀ 'ਚ ਪਹਿਲਾਂ ਹੋਰ ਤਰ੍ਹਾਂ ਵੀ ਕਾਲਜ ਵੀ ਪੜ੍ਹਨਾ, ਨੌਜਵਾਨ ਸਮੇਂ ਸਰਗਰਮ ਵੀ ਤੁਰੇ ਫਿਰਨਾ, ਅਤੇ ਰਾਤ ਨੂੰ ਨਾ ਕੋਈ ਕਹਾਣੀ ਲਿਖ ਲੈਣੀ, ਬੈਠੇ ਰਹਿਣਾ ਰਾਤ ਕਈ ਵਾਰੀ 2-2 3-3 ਵਜੇ ਤੱਕ ਕਹਾਣੀਆਂ ਲਿਖਣੀਆਂ, ਕਵਿਤਾਵਾਂ ਲਿਖਣੀਆਂ, ਅਤੇ ਕਾਪੀਆਂ ਭਰੀ ਜਾਣੀਆਂ ਅਤੇ ਆਪਣੇ ਦੋਸਤਾਂ ਨੂੰ ਜਾ ਕੇ ਸੁਣਾਉਣੀਆਂ, ਅਤੇ ਉਹਨਾਂ ਨੇ ਕਹਿਣਾ ਬਹੁਤ ਵਧੀਆ, ਅਤੇ ਹੋਰ ਫੋਕਸ ਹੋ ਜਾਣਾ। ਉੱਥੇ ਜਦੋਂ ਕਾਲਜ ਮੈਗਜ਼ੀਨ 'ਚ ਪ੍ਰੈਪ ਸੀ, ਉਦੋਂ ਹੁਣ +1 ਕਹਿੰਦੇ, ਉਦੋਂ ਸਾਡੇ ਵੇਲੇ ਪ੍ਰੈਪ ਕਹਿੰਦੇ ਹੁੰਦੇ ਸੀ, ਅਤੇ ਕਾਲਜ 'ਚ ਰਚਨਾਵਾਂ ਮੰਗੀਆਂ ਅਤੇ ਮੈਂ 4 ਚੀਜ਼ਾਂ ਦਿੱਤੀਆਂ। ਇੱਕ ਮਿੰਨੀ ਕਹਾਣੀ ਸੀ, ਇੱਕ 2 ਗਜ਼ਲਾਂ ਸੀ, ਅਤੇ ਸ਼ਾਇਦ ਇੱਕ ਅੱਧੀ ਕੋਈ ਹੋਰ ਚੀਜ਼ ਸੀ। ਅਤੇ ਪ੍ਰੋਫੈਸਰ ਦਵਿੰਦਰ ਸਿੰਘ ਸਾਨੂੰ ਪੜ੍ਹਾਉਂਦੇ ਸੀ, ਜਿਹੜੇ ਮਗਰੋਂ ਜੰਮੂ ਯੂਨੀਵਰਸਿਟੀ 'ਚੋਂ ਹੈੱਡ ਵਜੋਂ ਰਿਟਾਇਰ ਹੋਏ। ਉਹਨਾਂ ਦੀ ਉੱਥੇ ਫਸਟ ਅਪੁਆਇੰਟਮੈਂਟ ਸੀ ਸਾਡੇ ਕਾਲਜ, ਕੁਛ ਸਾਲ ਸਾਨੂੰ ਪੜ੍ਹਾਇਆ ਉਹਨਾਂ ਨੇ, ਫਿਰ ਉਹ ਚੱਲ ਗਏ ਉੱਥੇ ਛੱਡ ਕੇ। ਅਤੇ ਉਹਨਾਂ ਨੇ 4 ਚੀਜ਼ਾਂ ਪੜ੍ਹ ਕੇ ਮੈਨੂੰ ਕਹਿੰਦੇ ਵੀ 4 ਚੀਜ਼ਾਂ ਛਾਪ ਸਕਦੇ, ਤੂੰ ਯਾਰ ਲਿਖ ਸਕਦਾ, ਤੇਰੇ 'ਚ ਨਾ ਅੰਦਰ ਹੈਗਾ, ਤੂੰ ਛੱਡੀ ਨਾ। ਮੈਂ ਥੋੜ੍ਹੀ ਜਿਹੀ ਹੋਰ, ਜੇ ਤੁਹਾਨੂੰ ਤੁਹਾਡੇ ਜਿਹੜਾ ਪਿੰਡ 'ਚੋਂ, ਪਛੜੇ ਹੋਏ ਪਿੰਡ 'ਚੋਂ, ਅਨਪੜ੍ਹ ਘਰ 'ਚੋਂ ਉੱਠ ਕੇ ਜਿਹੜਾ ਬੱਚਾ ਕਾਲਜ 'ਚ ਗਿਆ ਹੋਏ ਅਤੇ ਉਹਨੂੰ ਉਹਦਾ ਟੀਚਰ ਕਹਿ ਦੇ ਵੀ ਤੂੰ ਬਹੁਤ ਕਮਾਲ ਦਾ ਲਿਖਦਾ, ਅਤੇ ਫਿਰ ਫੂਕ ਤਾਂ ਥੋੜ੍ਹੀ ਜਿਹੀ ਆਈ ਜਾਂਦੀ ਹੈ। ਮੈਂ ਕਹਾਣੀਆਂ, ਕਵਿਤਾਵਾਂ ਅਖਬਾਰਾਂ ਨੂੰ ਭੇਜਣੀਆਂ ਸ਼ੁਰੂ ਕਰਤੀਆਂ। ਅਖਬਾਰਾਂ 'ਚ ਵੀ ਬਹੁਤਾ ਨਵਾਂ ਜ਼ਮਾਨਾ ਅਤੇ ਲੋਕ ਲਹਿਰ ਛਪਿਆ, ਉਹ ਵੀ ਨਾਅਰੇ ਵਾਲੀਆਂ ਕਵਿਤਾਵਾਂ, ਵੀ ਇਨਕਲਾਬ ਆ ਜਾਊਗਾ, ਇਨਕਲਾਬ ਚੱਲ ਜੂਗਾ, ਜੋ ਵੀ ਉਦੋਂ ਹੁੰਦਾ ਸੀ ਨਾਅਰੇ ਜਿਸ ਕਿਸਮ ਦੇ ਸੀ, ਬਹੁਤ ਲਿਖਿਆ। ਮਤਲਬ ਮੈਨੂੰ ਲੱਗਦਾ ਕਿ ਹਫ਼ਤੇ 'ਚ ਮੈਂ 2-2 3-3 ਚੀਜ਼ਾਂ ਮੈਂ ਅਖਬਾਰ ਨੂੰ ਭੇਜਦਾ ਸੀ, ਜਿਹੜੀਆਂ ਅਕਸਰ ਛਪ ਜਾਂਦੀਆਂ ਸੀ। ਉਹਦਾ ਕਾਰਨ ਇਹ ਸੀ ਕਿ ਮੈਂ ਲਹਿਰ ਨਾਲ ਵੀ ਜੁੜਿਆ ਹੋਇਆ ਸੀ, ਲਹਿਰ ਦੀਆਂ ਅੰਦਰੂਨੀ ਅਤੇ ਬਾਹਰੀ ਨਾਅਰਿਆਂ ਦਾ ਪਤਾ ਸੀ, ਬਹੁਤੀ ਡੂੰਘਾਈ ਨਹੀਂ ਸੀ। ਹੁਣ ਮੈਂ ਕਈ ਵਾਰੀ ਸੋਚਦਾ ਵੀ ਜੋ ਕੁਛ ਮੈਂ ਲਿਖਦਾ ਸੀ ਉਹ ਸੱਚੀ ਉਹ ਲਿਟਰੇਚਰ ਹੀ ਕੁਛ ਹੋਰ ਹੀ ਬਕਵਾਸ ਸੀਗਾ, ਪਰ ਸ਼ਾਇਦ ਉਸ ਉਮਰ 'ਚ ਉਹ ਲੋੜ ਹੁੰਦੀ ਹੈ, ਕਿਉਂਕਿ ਜਿਹੜੀ ਜਿਹੜੀ ਕਣਕ ਹੈ ਨਾ, ਸਾਰੀ ਕਣਕ ਖਾਣ ਵਾਲੀ ਨਹੀਂ ਬਤੀ, ਕੁਛ ਆਪਾਂ ਪਸ਼ੂਆਂ ਨੂੰ ਹੀ ਪਾਉਂਦੇ ਹਾਂ, ਕੁਛ ਜਿਹੜੀ ਉਹ 'ਚ ਬਚ ਜੇ ਖਰਾਬ ਹੋ ਜਾਂਦੀ, ਉਹ ਫਿਰ ਖਾਦ ਵਜੋਂ ਹੀ ਵਰਤੀ ਜਾਂਦੀ ਹੈ। ਬੀਜ ਤਾਂ ਬਹੁਤ ਥੋੜ੍ਹੀ ਕਣਕ ਦਾ ਹੁੰਦਾ, ਅਤੇ ਉਹ ਮੈਨੂੰ ਲੱਗਦਾ ਉਹ ਮੇਰਾ ਖਾਦ ਸੀ, ਉਹ ਰਚਨਾਵਾਂ ਨੇ ਮੈਂ ਖਾਦ ਵਜੋਂ ਮੈਨੂੰ ਪ੍ਰਮੋਟ ਕਰਨ 'ਚ ਉਹਨਾਂ ਨੇ ਭੂਮਿਕਾ ਅਦਾ ਕੀਤੀ। ਪਰ ਮੈਨੂੰ ਲੱਗਦਾ ਕਿ ਜੇ ਮੇਰੇ ਪਿੰਡ 'ਚ ਕਮਿਊਨਿਸਟ ਲਹਿਰ ਨਾ ਹੁੰਦੀ, ਫਿਰ ਵੀ ਸ਼ਾਇਦ ਮੈਂ ਲਿਖਦਾ ਅਤੇ ਮੈਂ ਕਿਤੇ ਚੜਕ ਸਕਦਾ ਸੀ, ਕਿਉਂਕਿ ਕਮਿਊਨਿਸਟਾਂ 'ਚ ਨਾ ਇੱਕ, ਹੁਣ ਵੀ ਤੁਸੀਂ ਦੇਖਦੇ ਹੋ ਜਦੋਂ ਜਥੇਬੰਦੀਆਂ 'ਚ ਕੰਮ ਕਰਦੇ ਹੋ, ਤੁਹਾਡੇ 'ਤੇ ਇੱਕ ਚੈੱਕ ਹੁੰਦਾ। ਤੁਹਾਨੂੰ ਹਮੇਸ਼ਾ ਹੀ ਤੁਹਾਡੇ ਦੋਸਤ, ਜਦੋਂ ਤੁਸੀਂ ਕਿਤੇ ਗਲਤ ਟਰੈਕ 'ਤੇ ਜਾਂ ਗਲਤ ਚੜ੍ਹਨ ਲੱਗਦੇ ਹੋ, ਤਾਂ ਤੁਹਾਡੇ ਦੋਸਤ ਤੁਹਾਨੂੰ ਟੋਕਦੇ ਨੇ ਵੀ ਨਹੀਂ ਯਾਰ ਇਹ ਗਲਤ ਹੈ। ਇਹ ਕਿਉਂਕਿ ਬਹੁਤੇ ਲੇਖ ਮੈਂ ਦੇਖਦਾ ਵੀ ਉਹ ਸ਼ਰਾਬ ਜਾਂ ਹੋਰ ਕਿਸੇ ਗੱਲਾਂ 'ਚ ਡੁੱਬ ਜਾਂਦੇ ਨੇ, ਕਿਉਂਕਿ ਕਮਿਊਨਿਸਟ ਲਹਿਰ ਨਾਲ ਜੁੜੇ ਹੋਣ ਕਰਕੇ ਬਹੁਤ ਸਾਰੇ ਦੋਸਤ ਜਿਹਦੇ ਮਾੜਾ ਜਿਹੇ ਵੀ ਕਿਤੇ ਟਰੈਕ ਤੋਂ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਦੋਸਤਾਂ ਨੇ ਉਸ ਚੈੱਕ ਨੇ ਮੈਨੂੰ ਉਹ 'ਤੇ ਲੈਣ ਦਾ। ਇਸ ਪਿਛੋਕੜ 'ਚੋਂ ਹੈ ਜਿਹੜਾ ਜਿੱਥੋਂ ਮੈਂ ਲਿਖਣ ਲੱਗਿਆ, ਜਿਸ ਪਿਛੋਕੜ ਨੇ ਮੇਰੇ ਉਹਦੇ ਪਹਿਲੇ ਬੀਜ ਸੀ ਉਹਨਾਂ ਨੂੰ ਬਾਹਰ 'ਚ ਲਿਆਂਦਾ। ਅਤੇ ਹੁਣ ਮੈਂ ਤੁਹਾਨੂੰ ਅੱਗੇ ਇਹ ਅਸਲ 'ਚ ਜਿਸ ਲੇਖਕ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ, ਹੁਣ ਇੱਕ ਦੌਰ ਸੀ ਜਦੋਂ ਉਦੋਂ ਮੋਬਾਈਲ ਨਹੀਂ ਸੀ ਹੁੰਦੇ, ਕਿਸੇ 15 ਕਿਲੋਮੀਟਰ ਦੇ ਲਹਿਰ 'ਚ ਵੀ ਕਈ ਵਾਰੀ ਇੱਕ ਸੁਨੇਹਾ ਦੇਣ ਜਾਣਾ ਹੁੰਦਾ ਸੀ ਨੌਜਵਾਨ ਸਭਾ ਦਾ, ਵੀ ਯਾਰ ਫਲਾਣੇ ਥਾਂ ਮੀਟਿੰਗ ਹੈ, ਅਤੇ ਤੁਸੀਂ 15 ਕਿਲੋਮੀਟਰ ਸਾਈਕਲ ਚਲਾ ਕੇ ਜਾਂਦੇ ਹੋ, 15 ਕਿਲੋਮੀਟਰ ਸਾਈਕਲ ਚਲਾ ਕੇ ਮੁੜਨਾ, ਅਤੇ ਉਹਦੇ ਨਾਲ ਬਹੁਤ ਸਾਰੇ ਪਿੰਡਾਂ 'ਚ ਤੁਸੀਂ ਜਾਂਦੇ ਹੋ, ਬਹੁਤ ਸਾਰੇ ਰਸਤੇ ਕਿੰਨੇ ਪਿੰਡ ਆਉਂਦੇ। ਮਤਲਬ ਉਹ ਦੌਰ ਸੀ ਜਦੋਂ ਮੈਨੂੰ ਉਹ ਸਾਰੇ ਏਰੀਏ ਦੇ ਪਿੰਡਾਂ ਦਾ, ਸੜਕਾਂ ਦਾ, ਗਲੀਆਂ ਦਾ ਪਤਾ ਸੀ। ਘੁੰਮੇ, ਤੁਹਾਨੂੰ ਆਪਣੇ ਏਰੀਏ ਦੀ ਨਾ ਉਸ ਲਹਿਰ ਨੇ ਮੈਨੂੰ ਬਹੁਤ ਹੀ ਨੇੜਿਓਂ ਜਾਣਕਾਰੀ ਕਰਵਾਈ। ਦੂਜੀ ਇੱਕ ਬਹੁਤ ਸਾਰੇ ਘਰਾਂ ਅਤੇ ਬਹੁਤ ਸਾਰੇ ਪਾਤਰਾਂ ਨਾਲ ਮਿਲਾਇਆ, ਜਿਨ੍ਹਾਂ ਨੂੰ ਮੈਨੂੰ ਪਾਤਰ ਸਮਝ ਕੇ ਨਹੀਂ ਮਿਲਦਾ। ਉਹ ਘਰ ਕਮਿਊਨਿਸਟ ਇਲਾਕੇ 'ਚ ਲੀਡਰਾਂ ਦੇ ਸੀ, ਉਹ ਮੇਰੇ ਵਰਗੇ ਸਰਗਰਮ ਕਾਰਕੁਨਾਂ ਦੇ ਸੀ ਜਾਂ ਮੇਰੇ ਦੋਸਤਾਂ ਦੇ ਸੀ। ਅਤੇ ਉਹਨਾਂ ਘਰਾਂ ਜਦੋਂ ਜਾਣਾ ਮੈਸੇਜ ਲੈ ਕੇ, ਅਤੇ ਉੱਥੇ ਘਰ 'ਚ ਇੱਕ ਹੁੰਦਾ ਸੀ, ਇੱਕ ਅਣਲਿਖਤਾ ਸੰਵਿਧਾਨ ਸੀ, ਹੈ ਨਾ, ਵੀ ਜਿਹੜਾ ਬੰਦਾ ਆਇਆ ਉਹਨੂੰ ਪਹਿਲਾਂ ਆ ਕੇ ਰੋਟੀ ਖਵਾਉਣੀ, ਚਾਹੇ ਸਾਡੇ ਘਰ ਆਏ ਜਾਂ ਮੈਂ ਕਿਤੇ ਘਰ ਗਿਆ ਹੋਇਆ, ਰੋਟੀ ਖਵਾਉਣੀ, ਫਿਰ ਉਹਨੂੰ ਮਤਲਬ ਪੂਰੇ ਸਪੈ ਨਹੀਂ ਕਿ ਜਿੱਦਾਂ ਅੱਜ ਕੱਲ੍ਹ ਹੁੰਦਾ ਵੀ ਚੱਲ ਹੋਟਲ 'ਤੇ ਰੋਟੀ ਖਵਾਉਣੀ, ਉਹਨੂੰ ਹਾਲ ਚਾਲ ਪੁੱਛਣਾ, ਉਹਨੂੰ ਇੱਕ ਆਪਣਾ ਦਾ ਰਿਸ਼ਤਾ ਜੁੜ ਜਾਂਦਾ ਸੀ। ਉਹ ਆਪਣੇ ਦੇ ਰਿਸ਼ਤੇ ਨਾਲ ਤੁਸੀਂ ਬਹੁਤ ਜਦੋਂ ਲੋਕਾਂ ਨਾਲ ਨੇੜਿਓਂ ਜੁੜਦੇ ਹੋ ਨਾ, ਅਤੇ ਤੁਹਾਨੂੰ ਬਹੁਤ ਸਾਰੇ ਵੱਖ-ਵੱਖ ਲੋਕਾਂ ਦੀ ਆਦਤਾਂ
ਉਹਨਾਂ ਦੇ ਸੁਭਾਅ, ਉਹਨਾਂ ਦੇ ਪਰਿਵਾਰਾਂ ਦੀ ਆਪਸੀ, ਜਦੋਂ ਤੁਸੀਂ ਅੰਦਰ ਜਾ ਕੇ ਦੇਖਦੇ ਤਾਂ ਉਹਨਾਂ ਦੀ ਆਪਸੀ ਪਰਿਵਾਰਾਂ ਦੇ ਅੰਦਰ ਦੇ ਆਪਸੀ ਜਿਹੜੇ ਬਣਤਰ ਹੈ ਉਹਦੀ ਵੀ ਸਮਝ ਆਉਂਦੀ ਸੀ। ਇਹਨਾਂ ਸਾਰੀਆਂ ਗੱਲਾਂ ਨੇ ਮਗਰੋਂ ਆ ਕੇ ਜਦੋਂ ਮੈਂ ਲੇਖਕ ਬਣਨ ਦਾ ਫੈਸਲਾ ਕਰ ਲਿਆ, ਮੈਨੂੰ ਲੱਗਦਾ ਕਿ ਉਹਨਾਂ ਗੱਲਾਂ ਨੇ ਮੈਨੂੰ ਮੇਰੇ 'ਤੇ ਬਹੁਤ ਵੱਡੀ ਭੂਮਿਕਾ ਬਣਾਈ। ਅਸਲ 'ਚ ਹਰ ਲਿਖਤ ਦੀਆਂ ਜੜ੍ਹਾਂ ਜਿਹੜੀਆਂ, ਜੋ ਵੀ ਮੈਂ ਮਗਰੋਂ ਲਿਖਿਆ ਉਹਦੀਆਂ ਜੜ੍ਹਾਂ ਕਿਤੇ ਨਾ ਕਿਤੇ, ਹੁਣ ਮੈਂ ਨਾ ਇਹਦੀ ਇੱਕ ਐਗਜ਼ਾਮਪਲ ਦੇਵਾਂਗਾ ਤੁਹਾਨੂੰ। 3 ਸਾਲ ਪਹਿਲਾਂ ਮੇਰਾ ਇੱਕ ਨਾਵਲ ਛਪਿਆ ਸ਼ੋਰੂਮ, ਜਿਹੜਾ ਮੈਂ ਮਾਈਨਿੰਗ ਨੂੰ ਲੈ ਕੇ ਲਿਖਿਆ, ਸ਼ਾਇਦ ਕਿਸੇ ਨੇ ਪੜ੍ਹਿਆ ਵੀ ਹੋਇਆ ਨਾ। ਅਤੇ ਸਾਡੇ ਏਰੀਆ 'ਚ ਨਾ ਅੱਜ ਕੱਲ੍ਹ ਕ੍ਰੈਸ਼ਰ ਮਾਈਨਿੰਗ, ਜਿਹੜੀ ਬਜਰੀ ਅਤੇ ਰੇਤਾ ਦੀ, ਉਹ ਇੱਕ 60 ਤੋਂ 10 ਕਿਲੋਮੀਟਰ ਇੱਕ ਸੈਮੀ ਬੈਲਟ ਹੈ, ਜਿਹੜੀ ਆ ਰੋਪੜ ਤੋਂ ਸ਼ੁਰੂ ਹੋ ਕੇ ਅਤੇ ਪਠਾਨਕੋਟ ਤੱਕ ਜਾਂਦੀ ਹੈ। ਇਹ ਹਾਜੀਪੁਰ ਤਲਵਾੜਾ ਸ਼ਾਇਦ ਖਬਰਾਂ 'ਚ ਬਹੁਤ ਰਹਿੰਦਾ ਅੱਜ ਕੱਲ੍ਹ। ਉਹ ਬੈਲਟ 'ਚ ਬਹੁਤ ਸਾਰੇ ਕ੍ਰੈਸ਼ਰ ਲੱਗੇ ਹੋਏ ਨੇ, ਅਤੇ ਕ੍ਰੈਸ਼ਰ ਦੀ ਬਣਤਰ ਦਾ ਮੈਂ ਥੋੜ੍ਹਾ ਜਿਹਾ ਇੱਕ ਤੁਹਾਨੂੰ ਸਮਝਾਉਣਾ ਵੀ ਉਹ ਬਣਤਰ ਇੰਨੀ ਕਮਾਈ ਹੈ ਵੀ ਉੱਥੇ ਰੋਕ ਹੀ ਨਹੀਂ ਸਕਦੀ। ਇਹ ਜਿਹੜੀ ਮਾਈਨਿੰਗ ਹੈ ਨਾ, ਚਾਹੇ ਸੈਮੀ ਹਿੱਲੀ ਏਰੀਆ 'ਚ ਹੋਵੇ ਅਤੇ ਚਾਹੇ ਦਰਿਆਵਾਂ ਤੋਂ, ਚਾਹੇ ਇਹ ਰੁਕ ਨਹੀਂ ਸਕਦੀ, ਕਿ ਬਹੁਤ ਵੱਡੀ ਕਮਾਈ ਹੈ ਇਹਦੇ 'ਚ। ਅਤੇ ਹੁਣ ਮੈਂ ਦੱਸਿਆ, ਮੈਂ ਜਦੋਂ ਨਾਵਲ ਲਿਖਣ ਦਾ ਫੈਸਲਾ ਕੀਤਾ ਮੈਂ ਇਹ 'ਤੇ ਲਿਖਣਾ, ਅਤੇ ਫਿਰ ਮੈਂ ਥੋੜ੍ਹੀ ਜਿਹੀ ਆਸੇ ਪਾਸੇ ਸਟੱਡੀ ਕੀਤੀ, ਅਤੇ ਇਹਦੇ ਕਿੰਨੇ ਫਾਇਦੇ ਨੇ, ਇਹਦੇ ਕੀ ਵਾਤਾਵਰਣ ਦੇ ਨੁਕਸਾਨ ਨੇ, ਇਹ ਕੀ ਕਲਚਰੀ ਨੁਕਸਾਨ ਨੇ, ਇਹ ਸਾਰੀਆਂ ਗੱਲਾਂ ਨੂੰ ਸਮਝਿਆ। ਪਰ ਜਦੋਂ ਮੈਂ ਨਾਵਲ ਲਿਖਣ ਤੋਂ ਬਾਅਦ ਮੈਂ ਸੋਚਿਆ, ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਤੂੰ ਇਹ ਨਾਵਲ ਲਿਖਣ ਦਾ ਫੈਸਲਾ ਕਿਉਂ ਕੀਤਾ। ਫਿਰ ਮੈਂ ਜਦੋਂ ਸੋਚਿਆ, ਮੈਨੂੰ ਲੱਗਿਆ ਵੀ ਜੇ ਮੈਂ ਕਾਮਰਸ ਲਹਿਰ ਸਰਗਰਮੀ ਨਾ ਕੀਤੀ ਹੁੰਦੀ, ਜੇ ਮੈਂ ਆਪਣੇ ਇਲਾਕੇ 'ਚ ਘੁੰਮਿਆ ਨਾ ਹੁੰਦਾ, ਮੈਂ ਨਾਵਲ ਨਹੀਂ ਲਿਖ ਸਕਦਾ। ਕਿਉਂਕਿ ਮੈਂ ਉਹ ਪਿੰਡ ਦੇਖੇ ਸੀ, ਮੈਂ ਉਹ ਪਿੰਡਾਂ ਨੂੰ ਪਹਿਲਾਂ ਦੇਖਿਆ ਹੋਇਆ ਸੀ, ਜਦੋਂ ਉਹ ਪਿੰਡਾਂ 'ਚ ਬਹੁਤ ਸਾਰੇ ਰੁੱਖ ਹੁੰਦੇ ਸੀ, ਕੱਚੇ ਰਾਹ ਸੀ, ਹੈ ਨਾ, ਪਗਡੰਡੀਆਂ ਸੀ, ਉੱਥੇ ਸਰੋਂ ਲੋਕ ਬੀਜਦੇ ਸੀ, ਮਤਲਬ ਕਣਕਾਂ ਹੁੰਦੀਆਂ ਸੀ, ਹੈ ਨਾ, ਅਤੇ ਹੁਣ ਉੱਥੇ ਕੀ ਹੈ, ਹੁਣ ਉੱਥੇ 100 ਫੁੱਟ ਡੂੰਘੇ ਟੋਏ ਨੇ, ਜਿੱਥੇ JCB ਮਸ਼ੀਨਾਂ ਚੱਲ ਰਹੀਆਂ ਨੇ, ਜਿੱਥੇ ਵੱਡੇ ਵੱਡੇ ਟਰਾਲੇ ਚੱਲ ਰਹੇ ਨੇ, ਜਿੱਥੇ ਧੂੜ ਹੀ ਧੂੜ ਹੈ। ਹੁਣ ਇਹ ਜਿਹੜਾ ਡਿਫਰੈਂਸ ਸੀ, ਜਿਹੜਾ ਮੈਂ ਸਿੱਧੇ ਰੂਪ ਛੰਡਾਇਆ ਹੋਇਆ ਦੇਖਿਆ ਹੋਇਆ ਸੀ, ਉਸ ਜਿਹੜਾ ਡਿਫਰੈਂਸ ਸੀ ਉਹਨੇ ਮੇਰੇ ਅੰਦਰ ਨਾ ਇੱਕ ਪੀੜ ਪੈਦਾ ਕੀਤੀ ਕਿ ਲੋਕ ਸਿਰਫ ਜਿਹੜੀ ਇਹ ਮਾਈਨਿੰਗ ਹੈ, ਇਹ ਇਕਨੋਮਿਕਲ ਲੁੱਟ ਨਹੀਂ ਹੈ, ਇਹ ਕਲਚਰੀ ਲੋਕਾਂ ਨੂੰ ਤਬਾਹ ਕਰਨ ਦੀ, ਸਾਡੇ ਵਾਤਾਵਰਨ ਨੂੰ ਤਬਾਹ ਕਰਨ ਦੀ ਵੀ ਇੱਕ ਸਾਜ਼ਿਸ਼ ਹੈ। ਅਤੇ ਮੈਂ ਉਸ ਨਾਵਲ 'ਚ ਕਨਕਲੂਜਨ 'ਤੇ ਵੀ ਇਸ ਪਹੁੰਚਿਆ ਵੀ ਜੇ ਇਹ ਵੇ ਆਫ ਲਾਈਫ ਰਹਿੰਦਾ, ਇਹ ਜੇ ਅਸੀਂ ਆਪਣੀ ਜੀਵਨ ਦਾ ਸਲੀਕਾ ਨਹੀਂ ਬਦਲਦੇ, ਅਤੇ ਇਸ ਜੇ ਕੰਜ਼ਿਊਮਰਿਜ਼ਮ ਦਾ ਕਿਤੇ ਕੋਈ ਅੰਤ ਨਹੀਂ ਹੈ। ਕਿਉਂਕਿ ਜੇ ਸਾਡੇ ਘਰ 'ਚ ਕੋਠੀ ਪਹਿਲੀ ਢਾਹ ਕੇ ਨਵੀਂ ਬਣਨੀ ਹੈ, ਕਿਉਂਕਿ ਉਹ ਰਹਿਣ ਲਈ ਨਹੀਂ, ਰਹਿਣ ਲਈ ਤਾਂ ਪਹਿਲਾਂ ਵੀ ਘਰ ਠੀਕ ਸੀ, ਕਿਉਂਕਿ ਉਹ ਆਸੇ ਪਾਸੇ ਗੁਆਂਢੀਆਂ ਦੇ ਘਰ ਦੇ ਸਟੈਂਡਰਡ ਅਨੁਸਾਰ ਨਹੀਂ ਹੈ, ਜਾਂ ਉਹਦੇ 'ਚ ਮੋਡਰਨਿਟੀ ਦੀਆਂ ਨਵੀਆਂ ਸਹੂਲਤਾਂ ਨਹੀਂ ਹੈ, ਅਤੇ ਜਾਂ ਸਾਡੇ ਕੱਪੜੇ ਬ੍ਰਾਂਡਡ ਆਉਣੇ ਹੀ ਆਉਣੇ ਨੇ ਵੀ ਇਹ ਨਵੀਂ, ਅੱਜ ਆਹ ਬ੍ਰਾਂਡ ਪੁਰਾਣਾ ਹੋ ਗਿਆ ਅਤੇ ਹੁਣ ਨਵਾਂ ਕੀ ਆ ਰਿਹਾ। ਅਤੇ ਜਿਹੜਾ ਕਾਰਪੋਰੇਟ ਦੀ ਲੁੱਟ ਜਾਂ ਕਾਰਪੋਰੇਟ ਦਾ ਜੀਵਨ ਜਾਚ ਜਾਂ ਕੰਜ਼ਿਊਮਰਿਜ਼ਮ, ਇਹਦੇ ਖਿਲਾਫ ਅਸੀਂ ਕਦੇ ਵੀ ਨਹੀਂ ਲੜ ਸਕਦੇ। ਇਹਦੇ ਲਈ ਸਾਨੂੰ ਇੱਕ ਨਿੱਜ ਦੇ ਤੌਰ 'ਤੇ ਅਸੀਂ ਇਹਦੇ ਖਿਲਾਫ ਕਿਵੇਂ ਖੜ੍ਹੇ ਹਾਂ। ਅਸੀਂ ਜਦੋਂ ਗੱਲਾਂ ਕਰਦੇ ਹਾਂ ਵੀ ਆਹ ਗਲਤ ਹੈ, ਆਹ ਗਲਤ ਹੈ, ਆਹ ਗਲਤ ਹੈ ਨਾ, ਕੰਜ਼ਿਊਮਰਿਜ਼ਮ ਗਲਤ ਹੈ, ਇਹ ਸਾਨੂੰ ਖਾ ਰਿਹਾ, ਸਾਡੀ ਕਲਚਰਲ ਵੈਲਿਊ ਖਤਮ ਹੋ ਰਹੀਆਂ ਨੇ, ਅਤੇ ਐਜ਼ ਏ ਲੇਖਕ ਮੇਰੇ ਸਾਹਮਣੇ ਹਮੇਸ਼ਾ ਸਵਾਲ ਹੁੰਦਾ ਕਿ ਐਜ਼ ਏ ਵਿਅਕਤੀ ਜਿਹੜਾ ਵੀ ਕੋਈ ਗੱਲ ਕਰਦਾ, ਉਹ ਇਹਦੇ ਖਿਲਾਫ ਕਿੱਥੇ ਖੜ੍ਹਾ। ਕੀ ਉਹ ਇਹ ਸੋਚਦਾ ਕਿ ਮੇਰਾ ਘਰ ਪਹਿਲਾਂ ਜਿੱਥੇ ਮੈਂ ਰਹਿ ਰਿਹਾ ਉਹ ਠੀਕ ਹੈ, ਮੈਨੂੰ ਨਵੀਆਂ ਸਹੂਲਤਾਂ ਨਾ ਨਵੇਂ ਡਿਜ਼ਾਈਨ ਦਾ ਘਰ ਦੀ ਲੋੜ ਨਹੀਂ, ਜਾਂ ਜਿਹੜੀ ਕਾਰ ਮੇਰੇ ਕੋਲ ਹੈ ਉਹ ਜਾਣ ਵਾਲੀ ਤਾਂ ਠੀਕ ਹੈ, ਪਰ ਕਿਉਂਕਿ ਇਸ ਲਈ ਖਰੀਦਣੀ ਹੈ ਕਿ ਉਹਦੇ 'ਚ ਫਲਾਣੇ ਫੀਚਰਸ ਨਹੀਂ ਹੈ, ਜਾਂ ਗੁਆਂਢੀ ਨੇ ਇੱਕ ਨਵੀਂ ਕਾਰ ਲੈ ਲਈ ਹੈ ਜਿਹੜੀ ਉਹ ਤੋਂ ਚੰਗੇ ਮਾਡਲ ਦੀ ਹੈ ਜਾਂ ਲੇਟੈਸਟ ਮਾਡਲ ਦੀ ਹੈ, ਜਾਂ ਮੇਰੇ ਕੱਪੜੇ ਜਿਹੜੇ ਨੇ ਉਹ ਕਿਸੇ ਖਾਸ ਬ੍ਰਾਂਡ ਦੇ ਨਹੀਂ ਹੈ, ਜਿਹੜਾ ਅੱਜ ਕੱਲ੍ਹ ਤਾਂ ਬ੍ਰਾਂਡ ਵੀ ਮਤਲਬ ਸਟੇਟਸ ਸਿੰਬਲ ਹੈ ਨਾ। ਜੇ ਐਜ਼ ਏ ਲੇਖਕ ਮੇਰੇ ਲਈ ਬਹੁਤ ਜਿਹੜੇ ਕਿ ਜੇ ਅਸੀਂ ਵਿਅਕਤੀਗਤ ਤੌਰ 'ਤੇ ਇਸ
ਵੇ ਆਫ ਲਾਈਫ ਦੇ ਖਿਲਾਫ ਨਹੀਂ ਖੜਦੇ ਤਾਂ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ, ਅਸੀਂ ਇਸ ਜਿਉਣ ਦੇ ਰੁਝਾਨ ਦੇ ਤੇ ਕੋਈ ਬੰਨ ਨਹੀਂ ਮਾਰ ਸਕਦਾ। ਸਗੋਂ ਕਈ ਵਾਰੀ ਇਹ ਹੁੰਦਾ ਕਿ ਜੇ ਅਸੀਂ ਕਰੀ ਉਹ ਜਾਂਦੇ ਹਾਂ ਜੋ ਕੁਛ ਅਸੀਂ ਕਹਿੰਦੇ ਗਲਤ ਹੈ, ਤੇ ਅਸੀਂ ਦੂਸਰਿਆਂ ਤੋਂ ਆਸ ਕਰਦੇ ਹਾਂ ਵੀ ਉਹ ਕਰਨ ਤੇ ਅਸੀਂ ਨਾ ਕਰੀਏ, ਤਾਂ ਐਜ਼ ਏ ਲੇਖਕ ਕੋਈ ਵੀ ਜੇ ਲਿਖਦਾ ਤੇ ਉਹ ਲੇਖਕ ਆਪਣੇ ਆਪ ਪ੍ਰਤੀ ਵੀ ਬੇਈਮਾਨੀ ਵਰਤ ਰਿਹਾ ਤੇ ਸਮਾਜ ਪ੍ਰਤੀ ਤਾਂ ਹੈ ਹੀ ਹੈ। ਲੇਖਕ ਮੈਨੂੰ ਲੱਗਦਾ ਵੀ ਹਮੇਸ਼ਾ ਆਪਣੇ ਆਪ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ। ਉਹ ਜੋ ਮੈਨੂੰ ਨਹੀਂ ਕਦਾ, ਮੈਂ ਇਹ ਨਹੀਂ ਸਮਝਦਾ ਕਿ ਉਹਨੂੰ ਹਮੇਸ਼ਾ ਬੁਰਾਈ ਦੇ ਖਿਲਾਫ ਜਾਂ ਭਾਰੂ ਬਹਿਣ ਦੇ ਖਿਲਾਫ ਲੜਨਾ ਚਾਹੀਦਾ, ਜਾਂ ਉਹਦੇ ਖਿਲਾਫ ਬਸ ਜੋ ਵੀ ਕਰਦਾ ਉਹ ਜਿਹੜੀ ਵੀ ਚੀਜ਼ ਲਿਖਦਾ ਉਹ ਲਫ਼ਜ਼ ਕਿਤੇ ਨਾ ਕਿਤੇ ਉਹਦੇ ਅੰਦਰੋਂ ਨਿਕਲੇ ਹੋਣੇ ਚਾਹੀਦੇ ਆ। ਜੇ ਉਹ ਲਫ਼ਜ਼ ਅੰਦਰੋਂ ਨਿਕਲੇ ਹੋਏ ਨੇ ਤੇ ਉਹ ਲਫ਼ਜ਼ ਪਾਠਕ ਨੂੰ ਵੀ ਟੁੰਬਦੇ ਨੇ ਤੇ ਪਾਠਕ ਉਸ ਰਚਨਾ ਨੂੰ ਪੜ੍ਹਦਾ ਵੀ ਹੈ। ਨਹੀਂ ਤਾਂ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਰਚਨਾਵਾਂ ਨਾ ਕੀ ਹੁਣ ਪ੍ਰਵਚਨਵਾਂ ਹੁੰਦੀਆਂ ਨੇ, ਉਹ ਸਮਾਜਿਕ ਸਿੱਖਿਆਵਾਂ ਬਹੁਤ ਹੁੰਦੀਆਂ ਨੇ, ਉਹ ਕਿਤੇ ਅਸੀਂ ਪੜ੍ਹ ਵੀ ਲੈਂਦੇ ਪਰ ਅਸੀਂ ਉੱਥੇ ਹੀ ਛੱਡ ਜਾਂਦੇ ਨੇ। ਸਾਡੀ ਬਹੁਤ ਸਾਰਾ ਲਿਟਰੇਚਰ ਇਹਲੇ ਉਹ ਸਿੱਖਿਆਵਾਂ ਨੂੰ ਮੈਂ ਸਾਨੂੰ ਕਿਉਂ ਜਦੋਂ ਪਾਸ਼ ਪੜ੍ਹਦੇ ਸਾਨੂੰ ਚੁੱਭਦਾ, ਸਾਨੂੰ ਕਿਉਂ ਟੁੰਬਦਾ? ਅਸੀਂ ਪਾਸ਼ ਪੜ੍ਹਦੇ ਹਾਂ ਅਤੇ ਪਾਸ਼ ਨੂੰ ਅਸੀਂ ਵਰਗਾ ਜੀਣ ਦੀ ਕੋਸ਼ਿਸ਼, ਕਿਉਂਕਿ ਪਾਸ਼ ਨੇ ਜੋ ਲਿਖਿਆ ਉਹਦੇ ਅੰਦਰੋਂ ਨਿਕਲਿਆ ਸੀ ਅਤੇ ਪਾਸ਼ ਨੇ ਉਹਦੇ ਲਈ ਆਪਣੀ ਜ਼ਿੰਦਗੀ ਵੀ ਦਿੱਤੀ। ਕਿਉਂ ਸਾਨੂੰ ਸ਼ਿਵ ਕੁਮਾਰ ਬਟਾਲਵੀ ਅੱਜ ਵੀ ਜਦੋਂ ਸ਼ਬਦ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਵੀ ਸ਼ਿਵ ਕਮਾਲ ਹੈ, ਸਾਡੀ ਗੱਲ ਹੈ, ਕਿਉਂਕਿ ਸ਼ਿਵ ਨੇ ਜਿਹੜੀ ਜ਼ਿੰਦਗੀ ਜੀਵੀ ਉਹੀ ਜ਼ਿੰਦਗੀ ਲਿਖੀ। ਇਹ ਨਹੀਂ ਕਿ ਆਪਣੀ ਜੀਵਿਆ ਕੁਛ ਹੋਰ ਲਿਖਿਆ ਕੁਛ ਹੋਰ। ਈਵਨ ਕਮਲ ਜਸਵੰਤ ਸਿੰਘ ਪੰਜਾਬ ਦੀ ਸਿੱਖ ਜਿਹੜੀ ਜੱਟ ਕਿਸਾਨੀ ਸੀ, ਉਹ ਕਿਸਾਨੀ ਦੀ ਮਾਨਸਿਕਤਾ ਕੀ ਸੀ, ਉਹ ਕਿਵੇਂ ਜੀਂਦੀ ਸੀ, ਕਮਲ ਨੇ ਉਸ ਕਿਸਾਨੀ ਨੂੰ ਦੀ ਮਾਨਸਿਕਤਾ ਨੂੰ ਆਪਣੀਆਂ ਰਚਨਾਵਾਂ 'ਚ ਪੜ੍ਹਿਆ। ਇਸ ਕਮਲ 'ਚ ਪੂਰਨਮਾਸ਼ੀ ਪੜ੍ਹਦੇ ਹਾਂ। ਜੇ ਅਸੀਂ 50 ਦੇ ਆਸ-ਪਾਸ ਦਾ ਪੰਜਾਬ, ਮੈਨੂੰ ਲੱਗਦਾ ਕਿ ਹਿਸਟਰੀ ਸ਼ਾਇਦ ਸਾਨੂੰ ਨਾ ਦੱਸ ਕੇ ਵੀ 1950 ਦੇ ਆਸ-ਪਾਸ ਦਾ ਪੰਜਾਬ ਕਿਹੋ ਜਿਹਾ ਸੀ ਕਲਚਰਲ, ਕੋਈ ਹੋਰ ਕਿਤਾਬ ਨਾਲ ਜੇ ਅਸੀਂ ਪੂਰਨਮਾਸ਼ੀ ਪੜ੍ਹਦੇ ਸਾਨੂੰ ਨਾ ਪਤਾ ਲੱਗਦਾ ਵੀ 1950 ਦੇ ਆਸ-ਪਾਸ ਪੰਜਾਬ ਲੋਕ ਜੀਂਦੇ ਕਿੱਦਾਂ ਸੀ। ਹਿਸਟੋਰੀਕਲ ਡਾਕੂਮੈਂਟ ਬਣ ਗਈ, ਮਤਲਬ ਜੀਉਣ ਦਾ ਇੱਕ। ਜੇ ਅਸੀਂ ਪੈਪਸ ਦੀ ਬਜ਼ਾਰਾ ਮੂਵਮੈਂਟ ਨੂੰ ਜਾਣਨਾ ਤਾਂ ਸਾਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਹੋ ਸਕਦਾ ਨਾ ਪਤਾ ਲੱਗੇ, ਪਰ ਜੇ ਇੱਕ ਲਹੂ ਦੀ ਲੋਅ ਪੜ੍ਹ ਲੈਂਦੇ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਉਸ ਵੇਲੇ ਲੋਕ ਕਿਵੇਂ ਜੀਵੇ, ਇਸ ਲਹਿਰ 'ਚ ਕਿੱਦਾਂ ਉਹਨਾਂ 'ਚ ਕੁਰਬਾਨੀ ਕਰਨਾ ਮੰਨਦਾ ਸੀ, ਅਤੇ ਕਿਵੇਂ ਉਹ ਕਿਵੇਂ ਉਹ ਜੂਝ ਆਪਣੀ ਮੌਤ ਦੀ ਪਰਵਾਹ ਕੀਤੇ ਬਿਨਾਂ ਇਸ ਲਹਿਰ 'ਚ ਅੱਗੇ ਵਧੇ। ਬਹੁਤ ਸਾਰੇ ਲੇਖ ਨੇ ਹੁਣ, ਜੇ ਮਤਲਬ ਪੰਜਾਬੀ 'ਚ ਤੋਂ ਬਾਹਰ ਵੀ ਦਰਜ ਕੰਮ, ਚਾਹੇ ਉਹ ਟੋਲਸਟਾਏ ਸੀ, ਚਾਹੇ ਤੁਰਗਨੇਵ ਵਰਗੇ ਸੀ, ਉਹਨਾਂ ਨੇ ਜਿਹੜੇ ਲਫ਼ਜ਼ ਲਿਖੇ ਨੇ ਉਹੀ ਲਫ਼ਜ਼ ਜੀਵੇ ਵੀ ਨੇ ਕਿਸੇ ਨਾ ਕਿਸੇ ਰੂਪ 'ਚ। ਸਾਡੇ ਪੰਜਾਬੀਆਂ ਦੀ ਬਹੁਤ ਸਾਰੇ ਲੇਖਕਾਂ ਦਾ ਦੁਖਾਂਤ ਹੈ ਕਿ ਉਹ ਲਿਖਦੇ ਕੁਛ ਹੋਰ ਹੈ ਅਤੇ ਜ਼ਿੰਦਗੀ ਉਹਨਾਂ ਦੀ ਕੁਛ ਹੋਰ ਹੁੰਦੀ ਹੈ। ਇਸੇ ਕਰਕੇ ਪੰਜਾਬੀ ਦੀਆਂ ਬਹੁਤੀਆਂ ਲਿਖਤਾਂ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਪੜ੍ਹਦੇ, ਹੈ ਨਾ, ਅਤੇ ਬਾਕੀ ਵੀ ਕੋਈ ਨਹੀਂ ਪੜ੍ਹਦਾ। ਜਦੋਂ ਮੈਂ ਲਹਿਰ 'ਚ ਆ ਗਿਆ, ਮਤਲਬ 78 'ਚ ਮੈਂ BA ਕਰ ਲਈ, ਮਤਲਬ ਇਹ ਫਿਰ ਵੀ ਪ੍ਰਸੰਗੇ ਮੁੜ ਕੇ ਲਹਿਰ ਨਾ ਕੇ ਜੁੜਨਾ, ਅਤੇ ਫਿਰ ਮੈਨੂੰ ਕੁਛ ਨਹੀਂ, ਮੈਂ ਨੌਕਰੀ ਦੀ ਕਦੀ ਝਾਕ ਨਹੀਂ ਸੀ, ਨਾ ਹੀ ਪਤਾ ਨਹੀਂ ਉਦੋਂ ਇੱਕ ਇਨਕਲਾਬ ਦਾ ਜਨੂੰਨ ਸੀ ਚੜ੍ਹਿਆ ਹੋਇਆ ਵੀ ਮੈਂ ਇਨਕਲਾਬ ਲਈ ਤੁੱਝਣਾ, ਅਤੇ ਅਸੀਂ ਐਜ਼ ਏ ਪੂਰੀ ਤਰ੍ਹਾਂ ਸਮਰਪਿਤ ਘਰ ਦਾ ਮਾੜਾ ਮੋਟਾ ਖੇਤੀ ਦਾ ਤੁਰਦਾ ਸੀ, ਅਤੇ ਨਾ ਹੀ ਬਹੁਤੀ ਇਹ ਸੀ ਕਿ ਮੈਂ ਜ਼ਿੰਦਗੀ 'ਚ ਬਹੁਤ ਅਮੀਰ ਹੋਣਾ। ਮੇਰੀ ਕਦੀ ਨਾ ਪਹਿਲਾਂ ਸੀ ਨਾ ਹੁਣ ਕਦੀ ਵੀ ਨਹੀਂ ਖਾਸ਼ ਰਹੀ ਮੈਂ ਬਹੁਤ ਅਮੀਰ ਹੋਣਾ। ਮੈਨੂੰ ਤਾਂ ਲੱਗਦਾ ਹੁੰਦਾ ਵੀ ਜੇ ਮੈਂ ਸਾਈਕਲ ਦੇ ਵੀ ਜਾਣਾ ਤਾਂ ਮੇਰੇ ਲਈ ਬਹੁਤ ਸੁਫੀਸ਼ੈਂਟ ਹੈ ਨਾ, ਇਹ ਸਦਾ ਹੀ ਰਹੀ ਹੈ। ਅਤੇ ਮੈਂ ਲਹਿਰ ਸਰਗਰਮ ਹੋ ਗਿਆ। ਉਹੀ ਦੌਰ ਸੀ ਜਦੋਂ 84 ਦੇ ਆਸ-ਪਾਸ ਦਾ ਦੌਰ ਹੈ, ਜਦੋਂ ਆਪਾਂ ਸਾਰੇ ਜਾਣਦੇ ਹਾਂ, ਖਾਸ ਕਰਕੇ ਕਮਿਊਨਿਸਟ ਲਹਿਰ 'ਤੇ ਬਹੁਤ ਦੁਬਾਰਾ ਦੌਰ ਸੀ, ਜਦੋਂ ਕਮਿਊਨਿਸਟਾਂ ਦੇ ਕਤਲ ਹੋਣੇ ਸ਼ੁਰੂ ਹੋਏ ਨੇ। ਅਤੇ ਉਸ ਦੌਰ 'ਚ ਆ ਕੇ ਮੈਂ ਨਵਾਂ ਜਵਾਨਾਂ 'ਚ ਬਹੁਤ ਛਪਦਾ ਸੀ। ਮੈਂ ਇੱਥੇ ਆਇਆ ਅਤੇ ਜੀਰਵੀ ਹੁਣੀ ਉਦੋਂ ਹੁੰਦੇ ਸੀ ਨਿਊਜ਼ ਰੀਡਰ। ਉਦੋਂ ਅਸਲ ਨਵੇਂ ਜਵਾਨਾਂ 'ਚ ਕੋਈ ਇੱਕ ਬੰਦਾ ਬਲਦੇਵ ਬਾਜਵਾ ਛੱਡ ਕੇ ਗਿਆ ਸੀ, ਉਹਨਾਂ ਨੂੰ ਇੱਕ ਬੰਦੇ ਚਾਹੀਦੀ ਸੀ। ਅਤੇ ਇਹਨਾਂ ਅਖਬਾਰਾਂ ਦੀ ਇੱਕ ਸਮੱਸਿਆ ਇਹ ਵੀ ਸੀ ਕਿ ਕਿਸੇ ਪ੍ਰੋਫੈਸ਼ਨ ਨੂੰ ਨਹੀਂ ਰੱਖ ਸਕਦੇ ਜੇ ਤੇ ਉਹਨਾਂ ਨੂੰ ਭਰੋਸਾ ਨਹੀਂ, ਕਿਉਂਕਿ ਅਖਬਾਰਾਂ 'ਤੇ ਪੱਤਰਕਾਰਾਂ 'ਤੇ ਵੀ ਕਤਲ ਹੋ ਰਹੇ ਸੀ, ਸਾਰਾ ਇੱਕ ਪੂਰਾ ਪ੍ਰੈਸ਼ਰ ਬਣਿਆ ਸੀ। ਅਤੇ ਮੈਨੂੰ ਹੁਣ ਹਰ ਬੰਦੇ ਨੂੰ ਰੱਖ ਨਹੀਂ ਸਕਦੇ,
ਬੰਦਾ ਵੀ ਉਹ ਭਰੋਸਾ ਚਾਹੀਦਾ ਜਿਹਨੂੰ ਉਹ ਸਮਝਣ ਸਾਡੇ ਆਈਡੀਆਜ਼ ਨਾਲ ਕਿਤੇ ਨਾ ਕਿਤੇ ਮੇਚ ਕਰਦਾ ਹੋਵੇ, ਤੇ ਦੂਜਾ ਭਰੋਸਾ ਵੀ ਕਰ ਸਕਣ, ਕਿਉਂਕਿ ਉਹ ਸਾਰੇ ਬੰਦੇ ਤਾਂ ਕਿਤੇ ਨਾ ਕਿਤੇ ਹਿੱਟ ਲਿਸਟ ਸੀਗੇ। ਮੇਰੇ ਨਾਲ ਉਹਨਾਂ ਦੇ ਦੋਸਤੀ ਵੀ ਸੀ, ਜਾਣ ਪਛਾਣ ਵੀ ਸੀ। ਮੈਨੂੰ ਕਹਿੰਦੇ ਵੀ ਕੀ ਕਰ ਜੀਰਬੀ ਸਾਹਿਬ ਨਾਲ, ਤਾਂ ਮੈਂ ਗਿਆ ਤਾਂ ਵੈਸੇ ਘੁੰਮਣ ਹੀ ਸੀ, ਜਦੋਂ ਮੈਂ ਹੁਣ ਇੱਥੇ ਵੀ ਘੁੰਮਣ ਫਿਰਨ ਆ ਗਿਆ। ਅਤੇ ਉਹ ਕਹਿੰਦੇ ਵੀ ਕੀ ਕਰਦਾ ਹੁਣ? ਮੈਂ ਕਿਹਾ ਜੀ ਮੈਂ ਕੁਛ ਨਹੀਂ ਕਰਦਾ, ਘਰਦਿਆਂ ਨਾਲ ਖੇਤੀ ਮਾੜੀ ਮੋਟੀ ਹੈਗੀ ਹੈ, ਕਰਾ ਛੱਡੀ ਦਾ, ਜੇ ਵਿਹਲਾ ਹੋਵਾਂ ਨਹੀਂ ਤਾਂ ਮੈਂ ਘੁੰਮ ਫਿਰ ਛੱਡਦਾ ਅਤੇ ਲਿਖ ਛੱਡਦਾ। ਉਹ ਕਹਿੰਦੇ ਸਾਡੇ ਕੋਲ ਆ ਜਾ। ਮੈਂ ਕਿਹਾ ਕਰਾਂ ਕੀ? ਕਹਿੰਦੇ ਜੋ ਇੱਥੇ ਕਰਦਾ। ਮੈਂ ਕਿਹਾ ਮੈਂ ਕਦੀ ਖਬਰਾਂ। ਉਹ ਕਹਿੰਦੇ ਸਾਰਾ ਕੁਝ ਸਿੱਖ ਜਾਂਦੇ। ਅਸੀਂ ਕਿਹੜਾ ਸਿੱਖ ਕੇ ਆਏ? ਮਤਲਬ ਉੱਥੋਂ ਜਿੱਦਾਂ ਉਹਨਾਂ ਨੇ ਕਿਹਾ, ਮੈਂ ਉੱਥੋਂ 30 ਦਿਨ ਆ ਕੇ ਉਸ ਅਖਬਾਰ 'ਚ ਨਿਊਜ਼ ਟੇਬਲ 'ਤੇ ਆ ਕੇ ਬਹਿ ਗਿਆ। ਬਾਕੀ ਗੱਲਾਂ ਉੱਥੇ ਸਿੱਖੀਆਂ। ਪਰ ਵੱਡੀ ਗੱਲ ਸੀ ਜਿਹੜੀ ਲਗਾਤਾਰ ਲਹਿਰ ਦੇ ਵਿੱਚ ਇੱਕ ਮੈਨੂੰ ਸਮਝ ਦਿੱਤੀ ਨਾ, ਮੈਨੂੰ ਲੱਗਦਾ ਮੇਰੀ ਪੜ੍ਹਾਈ ਅਕੈਡਮਿਕ ਤਾਂ BA ਤੱਕ ਹੀ ਹੈ ਨਾ। ਮੈਂ ਤੁਸੀਂ ਸਾਰੇ PhD ਹੋ, ਮੈਨੂੰ ਤਾਂ ਹੈ ਨਾ, ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ। ਅਸਲ 'ਚ ਉਹ ਜਿਹੜੀ ਸਮਝ ਸੀ ਨਾ, ਜਿਹੜੀ ਤੁਹਾਨੂੰ ਸਮਾਜਿਕ ਸਮਝ ਮਿਲਦੀ ਹੈ ਜਦੋਂ ਤੁਸੀਂ ਸਮਾਜ 'ਚ ਵਿਚਰਦੇ ਹੋ। ਜੇ ਅਸੀਂ ਆਪਣੇ ਕਲਾਸਰੂਮ ਤੋਂ ਬਾਹਰ ਨਿਕਲ ਕੇ ਸਮਾਜ 'ਚ ਵਿਚਰਦੇ ਹਾਂ, ਅਤੇ ਜਿਹੜੀ ਉਹ ਸਮਝ ਮਿਲਦੀ ਹੈ ਨਾ, ਅਤੇ ਜਿਹੜੀ ਸਮਾਜਿਕ ਲਹਿਰਾਂ 'ਚ ਸਰਗਰਮ ਹੋ ਕੇ ਸਮਝ ਮਿਲਦੀ ਹੈ, ਉਹ ਸਮਝ ਵੀ ਕਲਾਸਰੂਮ ਜਿੰਨੀ ਜਾਂ ਉਸ ਤੋਂ ਜ਼ਿਆਦਾ ਕਿਤੇ ਮਹੱਤਵਪੂਰਨ ਹੁੰਦੀ ਹੈ। ਕੁਝ ਮਾਮਲੇ 'ਚ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਉਹ ਸਮਝ ਨੇ ਮੈਨੂੰ ਉਸ ਟੇਬਲ 'ਤੇ ਬਿਠਾਇਆ, ਅਤੇ ਮੈਨੂੰ ਲੱਗਦਾ ਕਿ ਮੈਂ 6 ਮਹੀਨਿਆਂ 'ਚ ਹੀ ਉਹਦੇ ਮੁੱਢਲੇ ਜੋ ਕੁਛ ਲੋੜ ਹੁੰਦੀ ਹੈ, ਜਿਵੇਂ ਮੈਨੂੰ ਇੱਕ ਲਫ਼ਜ਼ ਵਰਤਣਾ ਪੈਣਾ, ਵੈਸੇ ਉਹ ਲਫ਼ਜ਼ ਤਾਂ ਜਾਤੀਵਾਦ ਨਹੀਂ ਹੈ, ਮਤਲਬ ਤਰਖਾਣ ਹੁੰਦਾ ਨਾ ਜਿਹੜਾ, ਉਹ ਮੰਜਾ ਬਣਾਉਂਦਾ, ਉਹ ਇੱਕ ਮੰਜਾ ਘੜਦਾ, ਲਗਾਤਾਰ ਪੀੜ੍ਹੀ ਦੇ ਪੀੜ੍ਹੀ ਉਹੀ ਮੰਜੇ ਘੜੀ ਜਾਂਦੇ ਨੇ। ਲੇਖਕ ਵੀ ਨੇ ਇਹ ਫੈਸਲਾ ਕਰਨਾ ਹੁੰਦਾ ਕਿ ਉਹ ਤਰਖਾਣ ਬਣਨਾ ਕਿ ਉਹਨੇ ਪਰ ਜਿਸ ਤਰਖਾਣ ਨੇ ਪਹਿਲਾਂ ਮੰਜਾ ਘੜਿਆ ਸੀ, ਉਹ ਸੱਚੀ ਦੁਨੀਆ ਦਾ ਸਭ ਤੋਂ ਵੱਡਾ ਇੰਜੀਨੀਅਰ ਹੋਊਗਾ, ਜਿਸ ਦਿਨ ਪਹਿਲਾ ਮੰਜਾ ਬਣਾਇਆ। ਕਿਉਂਕਿ ਮੰਜਾ ਜਿਸ ਰੂਪ ਸਾਡੇ ਕੋਲ ਪਹੁੰਚਿਆ, ਉਹ ਮੰਜਾ ਨਾ ਤਾਂ ਘੜਿਆ ਘੜਾਇਆ ਮਾਡਲ ਸੀ ਕੋਈ, ਨਾ ਹੀ ਉਹਨੇ ਪਿੱਛੇ ਕੋਈ ਸੀਗਾ ਵੀ ਇੱਦਾਂ ਨਹੀਂ ਇੱਦਾਂ ਕਰ ਲਓ। ਜਿਸ ਨੇ ਪਹਿਲੇ ਦਿਨ ਮੰਜਾ ਬਣਾਇਆ, ਉਹ ਦੁਨੀਆ ਦਾ ਮਹਾਨ ਇੰਜੀਨੀਅਰ ਹੋਊਗਾ। ਪਰ ਜਿਹੜੇ ਉਹ ਤੋਂ ਪਿੱਛੋਂ ਆਏ, ਉਹਨਾਂ ਨੇ ਉਹ ਘੜ ਘੜ ਕੇ ਮੰਜੇ ਬਣਾਈ ਗਏ, ਉਹਨਾਂ ਨੂੰ ਅਸੀਂ ਇੰਜੀਨੀਅਰ ਨਹੀਂ ਕਹਿ ਸਕਦੇ। ਲੇਖਕ ਕੋ ਵੀ ਨਾ ਇੱਕ ਸ਼ਬਦ, ਉਹਨੂੰ ਜਾਚ ਆਈਦੀ। ਹੁਣ ਸਾਨੂੰ ਇੱਕ ਜਾਚ ਹੈ ਸ਼ਬਦ ਲਿਖਣ ਦੀ, ਇੱਦਾਂ ਨਹੀਂ ਇੱਦਾਂ, ਇੱਥੇ ਇੱਕ ਪਰ ਇੰਨਾ ਚੈਪਟਰ ਪਾ ਗਏ, ਇੱਦਾਂ ਪਰ ਗਏ, ਇਹਨਾਂ ਦੇ ਪਾਤਰ ਲੈ ਕੇ ਇੱਧਰ ਨੂੰ ਲੈ ਜਾਵਾਂਗੇ, ਇੱਥੇ ਇੰਨਾ ਕੁ ਪਿਆਰ ਚਾਹੀਦਾ, ਇਹ 'ਚ ਇੰਨਾ ਕੁ ਦੁਖਾਂਤ ਚਾਹੀਦਾ, ਇੰਨਾ ਕਾ ਚਾਹੀਦਾ। ਅਸੀਂ ਅਸਲ 'ਚ ਲੇਖਕ ਨਾ ਬਹੁਤੀ ਵਾਰ ਤਰਖਾਣ ਰਹਿ ਜਾਂਦੇ। ਅਸੀਂ ਰਚਨਾਵਾਂ ਕਰਦੇ ਹਾਂ, ਉਹਨਾਂ 'ਚ ਕੋਈ ਨਵਾਂ ਪੜ੍ਹ ਨਹੀਂ ਹੁੰਦਾ। ਜੇ ਉਹਨਾਂ 'ਚ ਨਵਾਂ ਪੜ੍ਹ ਨਹੀਂ ਹੋਊਗਾ ਤਾਂ ਤੁਸੀਂ ਕੋਈ ਕਿਉਂ ਪੜ੍ਹੂਗਾ? ਪੜ੍ਹਨ ਨੂੰ ਤਾਂ ਅਸੀਂ ਜਦੋਂ ਕੋਈ ਵਿਹਲੇ ਹੋਈਏ ਤਾਂ ਅਸੀਂ ਸੋਚਦਾ ਆਪਾਂ ਸਾਰੇ ਹੀ ਉਹ ਟੈਂਡਰ ਨੋਟਸ ਹੀ ਪੜ੍ਹ ਲੈਂਦੇ, ਵਿਹਲੇ ਹੋਈ ਤਾਂ ਕੁਛ ਨਾ ਹੋਏ, ਕਿਤੇ ਮਤਲਬ ਕਿ ਕਿੰਨੇ ਉਡੀਕਣਾ ਪਏ, ਜਿਹੜੀ ਅਖਬਾਰ ਪਈ ਹੋ ਸਾਹਮਣੇ। ਪਰ ਉਹ ਸਾਡੀ ਚੁਆਇਸ ਨਹੀਂ। ਚੁਆਇਸ ਹਮੇਸ਼ਾ ਉਦੋਂ ਹੈ ਜਦੋਂ ਤੁਹਾਨੂੰ ਕਿਤਾਬ, ਜੇ ਤੁਹਾਡੇ 100 ਕਿਤਾਬ ਸਾਡੇ ਸਾਹਮਣੇ ਪਈ ਹੋਈ ਹੈ, ਅਤੇ ਮੈਂ ਹਮੇਸ਼ਾ ਇਹ ਸੋਚਦਾ ਨਾ ਵੀ ਕਿ ਜੇ ਕਿਤਾਬ ਹੀ ਕਿਸੇ ਕੋਲ ਇੱਕ ਸਾਹਮਣੇ ਪਈ ਹੋਈ ਹੈ ਅਤੇ ਉਹੀ ਉਹਦੀ ਮਜਬੂਰੀ ਪੜ੍ਹਨੀ, ਤਾਂ ਇਹ ਤਾਂ ਫਿਰ ਉਹਦੀ ਚੁਆਇਸ ਨਹੀਂ ਹੈ। ਚੁਆਇਸ ਇਹ ਹੈ ਕਿ ਤੁਹਾਡੇ ਕੋਲ 100 ਕਿਤਾਬਾਂ ਪਈਆਂ ਨੇ, 100 ਲੇਖਕਾਂ ਦੀ ਇੱਕ ਕਿਤਾਬ, ਤੁਸੀਂ ਇੱਕ ਕਿਤਾਬ ਖਰੀਦਣੀ ਹੈ। ਫਿਰ ਤੁਸੀਂ ਕਿਹੜੀ ਕਿਤਾਬ ਖਰੀਦਦੇ ਹੋ? ਜਦੋਂ ਖਰੀਦ ਕੇ ਪੜ੍ਹਦੇ ਹੋ, ਫਿਰ ਲੇਖਕ ਦਾ ਪਤਾ ਲੱਗਦਾ ਕਿ ਪਾਠਕ ਦੇ ਮਨ 'ਚ ਕਿਹੜਾ ਲੇਖਕ ਵਸਿਆ ਹੋਇਆ। ਕਿਉਂ ਅੱਜ ਜਿਹੜੀ ਸਾਰੀ ਪੋਇਟਰੀ ਪਈ ਹੁੰਦੀ ਹੈ, ਉਹਨੂੰ ਇਗਨੋਰ ਕਰਕੇ ਕਿਉਂ ਅਸੀਂ ਸ਼ਿਵ ਕੁਮਾਰ ਬਟਾਲਵੀ ਜਾਂ ਪਾਸ਼ ਦੀਆਂ ਕਿਤਾਬਾਂ ਹੀ ਖਰੀਦੀਆਂ ਜਾਂਦੀਆਂ ਨੇ। ਸਾਡੇ ਜਿਹੜੇ ਹੁਣ ਮਾਡਰਨ ਲੇਖਕ ਨੇ ਜਾਂ ਜੋ ਵੀ ਹੈ, ਉਹਨਾਂ ਦੀਆਂ ਕਿਤਾਬਾਂ ਅਸੀਂ ਭੇਂਟ ਤਾਂ ਵੀ ਹੋ ਜਾਂਦੇ, ਜਾਂ ਕੋਈ ਸਾਡਾ ਦੋਸਤ ਹੋਊਗਾ ਤਾਂ ਅਸੀਂ ਖਰੀਦ ਵੀ ਲੈਂਦੇ ਹਾਂ, ਵੀ ਉਹਨੂੰ ਦੱਸਣ ਲਈ। ਇਸ ਕਰਕੇ ਨਹੀਂ ਪੜ੍ਹ ਲਈ, ਨਹੀਂ ਇਸ ਲਈ ਦੱਸਣ ਲਈ ਵੀ ਯਾਰ ਤੇਰੀ ਕਿਤਾਬ ਖਰੀਦ ਲਈ ਸੀ। ਪੜ੍ਹਦੇ ਵੀ ਇਸ ਲਈ ਹੈ ਵੀ ਯਾਰ ਉਹ ਮੈਂ ਨਾ ਤੇਰੀ ਕਿਤਾਬ ਪੜ੍ਹ ਲਈ, ਮੈਨੂੰ ਚੰਗੀ ਲੱਗੀ। ਆਪਾਂ ਕਦੀ ਨਹੀਂ ਕਹਿੰਦੇ, ਖਾਸ ਦੋਸਤਾਂ ਨੂੰ ਬਿਲਕੁਲ ਨਹੀਂ ਕਹਿੰਦੇ ਵੀ ਤੇਰੀ ਕਿਤਾਬ ਮਾੜੀ ਲੱਗੀ, ਹੈ ਨਾ। ਉਹ ਕੋਈ ਲੇਖਕ ਨੂੰ ਜੇ ਤਾਂ ਉਹ ਬਈ ਇੰਜੀਨੀਅਰ ਹੋਊਗਾ, ਜੇ ਤਾਂ ਉਹ ਆਪਣੇ ਆਪ ਨੂੰ ਇਸ ਗੱਲ ਹੀ ਅਪਡੇਟ ਕਰਦਾ ਵੀ ਘੱਟ ਲਿਖ ਲੈ, ਇਹ ਦੇਖੇ ਸੈਲਫ ਐਡੀਟਿੰਗ ਉਹ ਆਪ ਕਰੇ ਵੀ ਉਹਦੇ ਵਿੱਚ
ਕੁਛ ਨਵਾਂ ਹੈ। ਉਹਦੀ ਮਤਲਬ ਜਿਹੜੇ ਉਹਨੇ ਇੱਕ ਪਹਿਲਾਂ ਪ੍ਰਤੀਮਾਨ ਸਿਰਜ ਲਿਆ, ਹਰ ਲੇਖਕ ਨੇ ਜੇ ਇੱਕ ਪ੍ਰਤੀਮਾਨ ਸਿਰਜ ਲਿਆ ਜਿਹੜਾ ਉਹ ਤੋਂ ਪਹਿਲਾਂ ਸਿਰਜ ਲਿਆ, ਉਹ ਤੋਂ ਅੱਗੇ ਨਵਾਂ ਕੁਛ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਉਹ ਤੋਂ ਨਵਾਂ ਕੁਛ ਨਹੀਂ ਕਰ ਰਿਹਾ ਤੇ ਉਹ ਲਿਖਤ ਇਸੇ ਕਰਕੇ ਪੰਜਾਬੀ ਦੇ ਬਹੁਤ ਸਾਰੇ ਲੇਖਕ ਆਪਾਂ ਦੇਖਦੇ ਹਾਂ। ਗੁਰਦਿਆਲ ਸਿੰਘ ਦਾ ਮੜੀ ਦਾ ਦੀਵਾ ਅਣਹੋਏ ਸਾਨੂੰ ਜਦੋਂ ਪੜ੍ਹਦੇ ਚੰਗੇ ਵੀ ਲੱਗਦੇ ਆ। ਅਤੇ ਗੁਰਦਿਆਲ ਸਿੰਘ ਦੇ ਤੋਂ ਬਾਅਦ ਵਾਲੇ ਨਾਵਲ ਕਿੱਥੇ ਗਏ ਵੀ? ਉਹ ਨਾਵਲ ਉਹਨਾਂ ਮਿਆਰਾਂ ਨੂੰ ਕਿਉਂ ਨਹੀਂ ਛੂਹ ਸਕੇ? ਕਮਲ ਦੇ ਪਹਿਲੇ ਨਾਵਲ ਕਿਉਂ ਬੜੇ ਪਾਪੂਲਰ ਨੇ, ਹੈ ਨਾ? ਕਿਉਂ ਇੱਦਾਂ ਹੁੰਦਾ ਕਿ ਟਾਲਸਟਾਏ ਦਾ ਜਿਹੜਾ ਪਹਿਲਾ ਨਾਵਲ ਹੈ ਉਹ ਵੀ ਉਹਨਾਂ ਹੀ ਪੜ੍ਹਿਆ ਜਾਂਦਾ, ਅਤੇ ਉਹਦਾ ਆਖਰੀ ਨਾਵਲ ਹੈ ਜਿਹੜਾ ਉਹ ਰਿਸਰੈਕਸ਼ਨ ਹੈ, ਕੀ ਉਹਨਾਂ ਨਾਲ ਹੈ ਨਾ, ਅਤੇ ਹੁਣ ਪੰਜਾਬੀ 'ਚ ਮੋਇਆਂ ਦੀ ਜਾਗ ਛਪਿਆ, ਉਹ ਵੀ ਉਨੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ, ਕਿਉਂਕਿ ਉਹ ਅਸਲ 'ਚ ਨਾ ਉਹਨਾਂ ਨੂੰ ਹਰ ਪਲ ਲੱਗਦਾ ਸੀ ਅਸੀਂ ਗੱਲ ਕੀ ਕਹਿਣੀ ਹੈ। ਉਹ ਸਮਾਜ ਨੂੰ ਵੀ ਦੇਖਦੇ ਸੀ, ਉਹ ਸਮਾਜ ਦੇ ਉਸ ਵੇਲੇ ਚਿੰਤਨ ਨੂੰ ਵੀ ਦੇਖਦੇ ਸੀ, ਅਤੇ ਉਹਨਾਂ ਦੀ ਹਰ ਪਲ ਇੱਕ ਕੋਸ਼ਿਸ਼ ਹੁੰਦੀ ਵੀ ਨਵਾਂ ਕੁਛ ਕਰੀਏ, ਅਤੇ ਉਹ ਨਵਾਂ ਕੁਛ ਉਹਨਾਂ ਨੂੰ ਵੀ ਨਵਿਆਉਂਦਾ ਸੀ। ਅਤੇ ਗਾੜੀ ਜਿਹਨੇ ਪਹਿਲੀ ਕਿਤਾਬ ਪੜ੍ਹੀ ਸੀ ਉਹਨੂੰ ਲੱਗਦਾ ਸੀ ਵੀ ਯਾਰ ਅਗਲੀ ਕਿਤਾਬ ਜਦੋਂ ਉਹ ਪੜ੍ਹਦਾ ਸੀ ਤਾਂ ਉਹਨੂੰ ਉਹ ਤੋਂ ਵੱਖਰੀ ਲੱਗਦੀ ਸੀ ਅਤੇ ਉਹਨੂੰ ਪੜ੍ਹਦਾ ਸੀ। ਲੇਖਕ ਲਈ ਮੇਰੇ ਸਾਹਮਣੇ ਤਾਂ ਘੱਟੋ ਘੱਟ ਹਮੇਸ਼ਾ ਚੈਲੰਜ ਹੁੰਦਾ। ਮੈਂ ਆਪਣੀਆਂ ਰਚਨਾਵਾਂ, ਆਪਣੀਆਂ ਨਾਵਲ ਵੀ ਮੈਂ ਸਾਲ 'ਚ ਇੱਕ ਵਾਰੀ ਆਪਣੀਆਂ ਸਾਰੀਆਂ ਕਿਤਾਬਾਂ ਜ਼ਰੂਰ ਪੜ੍ਹਦਾ, ਮਤਲਬ ਉਸ ਤਰਤੀਬ 'ਚ ਜਿਸ ਤਰਤੀਬ 'ਚ ਮੈਂ ਲਿਖੀਆਂ ਨੇ, ਤਾਂ ਕਿ ਮੈਨੂੰ ਲੱਗਦਾ ਮੈਂ ਆਪਣੇ ਨੂੰ ਵੈਲਿਊਟ ਕਰ ਸਕਾਂ ਕਿ ਜਿਹੜੀ ਮੈਂ ਪਹਿਲੀ ਕਿਤਾਬ ਸੀ, ਪਹਿਲਾ ਨਾਵਲ ਸੀ, ਉਹ ਤੋਂ ਲੈ ਕੇ ਜਿਹੜਾ ਮੇਰਾ ਲੇਟੈਸਟ ਨਾਵਲ ਹੈ ਉਹਦੇ 'ਚ ਤੱਕ ਕੋਈ ਨਵੀਂ ਗੱਲ ਵੀ ਹੈ ਕਿ ਮੈਂ ਉਹ ਪਹਿਲਾਂ ਵੀ ਮੰਜੀ ਠੋਕੀ ਜਾ ਰਿਹਾ, ਹੈ ਨਾ। ਜੇ ਮੈਂ ਮੰਜੇ ਹੀ ਠੋਕਣੇ ਆ ਤਾਂ ਫਿਰ ਭਾਈ ਮੈਨੂੰ ਕਿਉਂ ਪੜ੍ਹੂਗਾ ਕੋਈ? ਮਤਲਬ ਲੇਖਕ ਦੇ ਸਾਹਮਣੇ ਉਹਦੇ ਜਿਹੜਾ ਉਹ ਪ੍ਰਤੀਮਾਨ ਆਪਣੇ ਸਾਹਮਣੇ ਸਿਰਜ ਲੈਂਦਾ, ਜੇ ਉਹ ਆਪਣੇ ਉਹਨਾਂ ਪ੍ਰਤੀਮਾਨਾਂ ਤੋਂ ਕੁਝ ਵੀ ਇੱਧਰ ਉੱਧਰ ਨਹੀਂ ਹੁੰਦਾ, ਹਾਂ, ਫਿਰ ਉਹ ਲੇਖਕ ਜਿਹੜਾ ਉਹ ਆਪਣੀਆਂ ਨਜ਼ਰਾਂ ਤਾਂ ਡਿੱਗਦਾ ਹੀ ਡਿੱਗਦਾ। ਜੇ ਉਹ ਅਕਲਮੰਦ ਹੋਊ, ਜੇ ਮੂਰਖ ਹੋ ਤਾਂ ਕੋਈ ਸਮੱਸਿਆ ਨਹੀਂ, ਫਿਰ ਤਾਂ ਕਹੂਗਾ ਵੀ ਮੈਂ ਤਾਂ ਬਹੁਤ ਮਹਾਨ ਹੈ। ਪਰ ਪਾਠਕ ਕਦੀ ਐਕਸੈਪਟ ਨਹੀਂ ਕਰਦਾ, ਪਾਠਕ ਕਦੀ ਉਹਨੂੰ ਮਾਫ਼ ਨਹੀਂ ਕਰਦਾ। ਪਾਠਕ ਇੱਕ ਦੂਜੀ ਤੀਜੀ ਕਿਤਾਬ ਤੋਂ ਫਿਰ ਬਾਅਦ ਕਹੂਗਾ ਉਹਨੂੰ ਮੁਫਤ ਵੀ ਦਊਗਾ ਨਾ, ਉਹ ਮੁਫਤ ਸਾਹਮਣੇ ਤਾਂ ਬਹੁਤ ਚੁੱਕ ਲਏ ਮਗਰੋਂ ਉਸਦਾ। ਮੈਂ ਜਿੱਥੇ ਲਾਇਬ੍ਰੇਰੀ 'ਚ ਮੈਂ ਨਵੇਂ ਜੋਨੇ 'ਚ ਕੰਮ ਕਰਦਾ ਸੀ ਨਾ, ਸਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਰਿਵਿਊ ਲਈ ਬਹੁਤ ਸਾਰੀਆਂ ਆਉਂਦੀਆਂ ਸੀ, ਅਤੇ ਮੈਂ ਉੱਥੋਂ ਕਦੀ ਕਿਤਾਬ ਰੇਅਰ ਹੀ ਕਿਤਾਬ ਹੋਊਗੀ ਜਿਹੜੀ ਘਰ ਖੜੀ ਹੋ, ਕਿਉਂਕਿ ਮੈਨੂੰ ਪਤਾ, ਮੈਂ ਫਿਰ ਕਈਆਂ ਦੋਸਤਾਂ ਨੂੰ ਕਿਹਾ ਯਾਰ ਵੀ ਸਾਡੇ ਕੋਲ ਰਿਵਿਊ ਲਈ ਵਿਹਲੀਆਂ ਹੋ ਗਈਆਂ ਕਿਤਾਬਾਂ, ਯਾਰ ਲੈ ਜਾਓ, ਅਤੇ ਉਹ ਵੀ ਨਾ ਇੱਦਾਂ ਦੇਖ ਕੇ ਕਰਕੇ 80% ਕਿਤਾਬਾਂ ਆਉਂਦੀਆਂ ਸੀ ਜਿਨ੍ਹਾਂ ਨੂੰ ਕੋਈ ਮੁਫਤ ਵੀ ਖਾਣ ਲਈ ਤਿਆਰ ਨਹੀਂ ਸੀ, ਹੈ ਨਾ। ਮੈਂ ਪੁੱਛਣਾ ਯਾਰ ਤੁਸੀਂ ਲੈ ਜਾਓ, ਕਿ ਸਾਡੇ ਕੋਲ ਤਾਂ ਪਈਆਂ ਸੀ ਰੱਦੀ, ਕਿਉਂਕਿ ਅਸੀਂ ਤਾਂ ਸਾਂਭ ਨਹੀਂ ਸਕਦੇ ਸਾਰੀਆਂ, ਅਤੇ ਕੀ ਕਰਾਂਗੇ, ਰੱਦੀ 'ਚ ਕੋਣੀ ਪੈਣੀ। ਉਹ ਕਹਿੰਦੇ ਵੀ ਅਸੀਂ ਘਰ 'ਚ ਵੀ ਜਾ ਕੇ ਵੀ ਰੱਦੀ 'ਚ ਕਿਉਂ ਜਾਵਾਂਗੇ। ਮਤਲਬ ਕਿਤਾਬ ਹਮੇਸ਼ਾ ਜਦੋਂ ਇਕੱਲੀ ਕਿਤਾਬ ਹੋਵੇ ਜਾਂ ਇਕੱਲਾ ਲੇਖ ਹੋਵੇ ਉਦੋਂ ਨਹੀਂ ਉਹਦਾ ਪਤਾ ਲੱਗਦਾ ਉਹ ਕਿੱਡਾ ਕੁ ਲੇਖਕ ਹੈ ਜਾਂ ਉਹਦੀ ਕੀ ਪ੍ਰਮਾਣਤਾ ਹੈ। ਜਦੋਂ ਉਹ ਬਾਕੀਆਂ 'ਚ ਬੈਠਾ ਹੋਵੇ, ਉਹਦੀ ਕਿਤਾਬ ਬਾਕੀਆਂ ਦੇ ਵਿੱਚ ਪਈ ਹੋਵੇ, ਫਿਰ ਉਹਦਾ ਪਤਾ ਲੱਗਦਾ। ਅਤੇ ਜਦੋਂ ਕਿਸੇ ਨੇ ਪੈਸੇ ਖਰਚ ਕੇ ਖਰੀਦਣੀ ਹੋਵੇ, ਹੈ ਨਾ, ਇੱਕ ਜਦੋਂ, ਕਿਉਂਕਿ ਪੈਸੇ ਜਦੋਂ ਖਰੀਦਦਾ ਕਿਤਾਬਾਂ ਇੱਕ ਦੋ ਇੰਡੀਵਿਜੂਅਲ ਪਾਠ ਕੇ ਇੱਕ ਦੋ ਖਰੀਦਾਂ, ਫਿਰ ਉਹ ਕਿਤਾਬ ਖਰੀਦੀ ਜਾਂਦੀ ਕਿ ਨਹੀਂ ਖਰੀਦੀ, ਹੈ ਨਾ। ਮੇਰੇ ਸਾਹਮਣੇ ਤਾਂ ਵੀ ਹਮੇਸ਼ਾ ਇਹ ਚੈਲੰਜ ਹੁੰਦਾ ਕਿ ਮੈਂ ਆਪਣੇ ਲਈ ਹਮਾਰੇ ਕੁਛ ਜੋ ਕੁਛ ਵੀ ਮੈਂ ਪਹਿਲਾਂ ਲਿਖਿਆ ਉਹ ਤੋਂ ਅੱਗੇ ਜਾਵਾਂ। ਅਤੇ ਚੈਲੰਜ ਮੈਨੂੰ ਇਸ ਕਰਕੇ ਵੀ ਲੱਗਦੇ ਵੀ ਮੈਨੂੰ ਐਕਸੈਪਟ ਕਰਨੇ ਚਾਹੀਦੇ, ਕਿਉਂਕਿ ਮੈਂ ਹਾਲੇ ਵੀ ਆਪਣੇ ਆਪ ਨੂੰ ਕਦੀ ਲੇਖਕ ਨਹੀਂ ਸਮਝਦਾ। ਮੈਨੂੰ ਲੱਗਦਾ ਕਿ ਮੈਂ ਜਿਵੇਂ ਇੱਕ ਕਮਿਊਨਿਸਟ ਲਹਿਰ ਤੋਂ ਸਫ਼ਰ ਸ਼ੁਰੂ ਕੀਤਾ ਸੀ ਸਮਾਜਿਕ ਬਦਲਾਅ ਲਈ, ਹੈ ਨਾ, ਵੀ ਇਹ ਸਮਾਜ, ਇਹ ਸੁਸਾਇਟੀ ਜਿਸ ਬਹਿਣ 'ਚ ਬਹਿ ਰਹੀ ਹੈ, ਜਿਵੇਂ ਕਾਰਪੋਰੇਟ ਸਾਡੀ ਜ਼ਿੰਦਗੀ 'ਚ ਹਾਵੀ ਹੁੰਦੀ ਜਾ ਰਹੀ ਨੇ, ਇਹ ਸਾਨੂੰ ਕਿਤੇ ਨਾ ਕਿਤੇ ਬਹੁਤ ਗਲਤ ਦਿਸ਼ਾ ਵੱਲ ਲਾਇਆ ਜਾ ਰਹੀ ਹੈ। ਅਤੇ ਮੇਰੀ ਹਰ ਲਿਖਤ ਇਸ ਗੱਲ 'ਤੇ, ਇਸ ਜੀਵਨ ਜਾਚ 'ਤੇ, ਇਸ ਜੀਵਨ ਸ਼ੈਲੀ 'ਤੇ ਅਟੈਕ ਹੁੰਦਾ, ਇਹਨੂੰ ਰੱਦ ਕਰਦਾ ਮੈਂ, ਹੈ ਨਾ। ਅਤੇ ਇਸ ਨੂੰ ਰੱਦ ਕਰਨ ਲਈ ਮੈਂ ਕੋਸ਼ਿਸ਼ ਕਰਦਾ ਕਿ ਹਰ ਵਾਰੀ ਨਵੇਂ ਢੰਗ ਨਾਲ ਕੋਈ ਗੱਲ ਕਰਾਂ, ਜਿਸ ਢੰਗ ਨਾਲ ਪਹਿਲਾਂ ਕੀਤੀ ਗਈ ਹੈ ਉਸ ਢੰਗ ਨਾਲ ਨਾ ਕਰਾਂ, ਤਾਂ ਕਿ ਜਿਸ ਪਾਠਕ ਨੇ ਮੇਰੀ ਪਹਿਲਾ ਨਾਵਲ ਪੜ੍ਹਿਆ ਹੋਇਆ ਉਹ ਦੂਜੀ ਵਾਰ ਪੜ੍ਹਨ 'ਤੇ ਇਹ ਨਾ ਕਹਿ ਸਕਦਾ ਵੀ ਯਾਰ ਇਹ ਤਾਂ ਫਜ਼ੂਲ ਹੈ, ਇਹ ਤਾਂ ਪਹਿਲਾਂ ਹੀ ਗੱਲ ਹੋ ਗਈ, ਅੱਜ ਤਾਂ ਇਹਨੇ ਫਲਾਣੇ ਨਾਵਲ,
ਇਹ ਤਾਂ ਬਹੁਤ ਸਾਰੇ ਚਰੱਸੇ 'ਚ ਵੀ ਉਹੀ ਗੱਲਾਂ ਕਰਦਾ ਸੀ, ਅਤੇ ਹੁਣ ਆਹ ਲੇਟੈਸਟ ਨਾਵਲ ਇਹ 'ਚ ਵੀ ਆ ਕੇ ਬਹੁਤ ਸਾਰੇ ਆ ਸ਼ੋਰੂਮ 'ਚ ਜਾਂ ਸਿਆੜਾਂ ਦੀ ਕਰਵਟ 'ਚ ਵੀ ਆ ਕੇ ਉਹੀ ਗੱਲਾਂ ਕਰੀ ਜਾਂਦਾ। ਇਹਨੂੰ ਪੜ੍ਹਨ ਦਾ ਕੀ ਫਾਇਦਾ ਹੈ ਨਾ। ਮੇਰੇ ਸਾਹਮਣੇ ਚੈਲੰਜ ਹੁੰਦੇ ਹਮੇਸ਼ਾ।